ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਮੁਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਤੀਜਾ। ਅੰਮ੍ਰਿਤ ਜਨਾ ਚਖਾਇਓਨ ਰਸ ਆਇਆ ਸਹਿਜ ਸੁਭਾਏ। ਸੱਚਾ ਬੇਹ ਪਰਵਾਹ ਹੈ ਤਿਸਨੋ ਤਿਲ ਨ ਤਮਾਏ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ। ਮਨ ਸਦਾ ਹਰਿ ਆਵਲਾ ਸਹਿਜੇ ਹਰ ਗੁਣ ਗਾਏ। ਅੰਮ੍ਰਿਤ ਜਿਨਾ ਚਖਾਇਓਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ
ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਆਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਅੰਮ੍ਰਿਤ ਜਿਨ੍ਹਾਂ ਚ ਖਾਇਓ ਨ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਸਾ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 428 ਅੰਗ ਤੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਐ ਗੁਰਸਿੱਖੋ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਨਾਮ ਅੰਮ੍ਰਿਤ ਦਾ ਰਸ ਚਖਾਇਆ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣੇ ਸਿਮਰਨ ਦਾ, ਭਾਵ ਭਗਤੀ ਦਾ, ਬੰਦਗੀ ਦਾ, ਨਾਮ ਜਪਣ ਦਾ ਅਥਵਾ ਗੁਰਬਾਣੀ ਰੂਪ ਅੰਮ੍ਰਿਤ ਜੋ ਰਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਖਾਇਆ, ਜਿਨ੍ਹਾਂ ਨੂੰ ਐਸਾ ਪਰਮੇਸ਼ਰ ਦਾ ਨਾਮ ਰਸ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਰਸ ਆਇਆ ਸਹਿਜ ਸੁਭਾਏ। ਤਿੰਨਾਂ ਨੂੰ ਸਹਿਜ ਸੁਭਾਅ ਸੋਤੇ ਸਿੱਧ ਹੀ ਵਾਹਿਗੁਰੂ ਜੀ ਦੇ ਨਾਮ ਰਸ ਦੀ ਪ੍ਰਾਪਤੀ ਹੋ ਗਈ ਹੈ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਨਾਮ ਅੰਮ੍ਰਿਤ ਦੇ ਨਾਲ ਜਿਨ੍ਹਾਂ ਨੂੰ ਗਰੀਬ ਨਵਾਜ ਸਤਿਗੁਰੂ ਜੀ ਨੇ ਜੋੜਿਆ ਹੈ। ਸਾਧ ਸੰਗਤ ਜੀ, ਇਹ ਪ੍ਰਾਰੰਭਤਾ ਦੀ ਪੰਕਤੀ ਵਿੱਚ ਅੰਮ੍ਰਿਤ ਸ਼ਬਦ ਆਇਆ ਹੈ। ਅੰਮ੍ਰਿਤ ਤੋਂ ਭਾਵ ਮੌਰ ਤੋਂ ਰਹਿਤ ਕਰ ਦੇਣ ਵਾਲੀ ਸ਼ਕਤੀ, ਅਮਰ ਪਦਵੀ ਦੀ ਪ੍ਰਾਪਤੀ ਕਰਾਉਣ ਵਾਲੀ ਸ਼ਕਤੀ, ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ, ਜੰਮਣ ਤੇ ਮਰਨ ਤੋਂ 84 ਦੀ ਗੇੜੀ ਤੋਂ ਆਜ਼ਾਦ ਕਰਾਉਣ ਵਾਲੀ ਸ਼ਕਤੀ, ਉਹਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਜਿਸ ਨੂੰ ਆਬੇ ਹਯਾਤ ਵੀ ਕਿਹਾ ਜਾਂਦਾ ਹੈ। ਜਿਸ ਆਬੇ ਹਯਾਤ ਨੂੰ ਪਾਉਣ ਦੇ ਲਈ ਸਿਕੰਦਰ ਬਾਦਸ਼ਾਹ ਨੇ ਕਿੰਨਾ ਯਤਨ ਕੀਤਾ ਸੀ। ਸਾਧ ਸੰਗਤ ਜੀ, ਪਹਾੜਾਂ ਨੂੰ ਕੱਟ ਕਰਕੇ ਯਕਸ਼ਾਂ ਦੇ ਨਾਲ ਯੁੱਧ ਕਰਕੇ ਕਿੰਨੀਆਂ ਕਿੰਨੀਆਂ ਔਕੜਾਂ ਨੂੰ ਪਾਰ ਕਰ ਕਰਕੇ ਫੇਰ ਕਿਤੇ ਜਾ ਕਰਕੇ ਅੰਮ੍ਰਿਤ ਦਾ ਕੁੰਡ ਪ੍ਰਾਪਤ ਹੋਇਆ ਤੇ ਬਿਨਾਂ ਭਾਗਾਂ ਤੋਂ ਬੁੱਕ ਵਿੱਚ ਭਰ ਕੇ ਫੇਰ ਵੀ ਅੰਮ੍ਰਿਤ ਪੀ ਨਹੀਂ ਸੀਗਾ ਸਕਿਆ। ਕਿਉਂਕਿ ਹਜ਼ੂਰ ਦੇ ਅਸੀਂ ਬਚਨ ਹੁਣੇ ਹੀ ਪੜ੍ਹੇ ਹਨ, ਅੰਮ੍ਰਿਤ ਜਿਨ੍ਹਾਂ ਚ ਖਾਇਓਨ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਕਿਰਪਾ ਕਰਕੇ ਨਾਮ ਅੰਮ੍ਰਿਤ ਚਖਾ ਦਿੰਦਾ ਹੈ, ਛਕਾ ਦਿੰਦਾ ਹੈ, ਨਾਮ ਅੰਮ੍ਰਿਤ ਦਾ ਰਸ ਬਖਸ਼ਿਸ਼ ਕਰ ਦਿੰਦਾ ਹੈ, ਉਹਨਾਂ ਨੂੰ ਸੋਤੇ ਸਿੱਧ ਸੁਭਾਵਕ ਹੀ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਵਾਹਿਗੁਰੂ ਦੇ ਨਾਮ ਦਾ ਰਸ ਇਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸੁਭਾਵਕ ਹੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਂਦੇ ਹਨ। ਨਹੀਂ ਤਾਂ ਇਸ ਅੰਮ੍ਰਿਤ ਨੂੰ ਆਬੇ ਹਯਾਤ ਨੂੰ ਪਾਉਣ ਦੇ ਲਈ ਸੰਸਾਰ ਦੇ ਅੰਦਰ ਤਮਾਮ ਜੀਵ ਯਤਨ ਕਰਦੇ ਰਹਿੰਦੇ ਹਨ। ਯੋਗਾ ਅਭਿਆਸੀ ਵੀ ਯਤਨ ਕਰਦੇ ਹਨ। ਸਾਧ ਸੰਗਤ ਜੀ, ਤਪਸਵੀ ਰੇਖੀ ਮੁਨੀ ਵੀ ਕਿੰਨਾ ਕਿੰਨਾ ਯਤਨ ਕਰਦੇ ਨੇ, ਪਰ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਇਹ ਨਾਮ ਅੰਮ੍ਰਿਤ ਦੀ ਦਾਤ ਕਿਸੇ ਵੀ ਸੰਸਾਰ ਦੇ ਕੋਨੇ ਤੋਂ ਪ੍ਰਾਪਤ ਨਹੀਂ ਹੁੰਦੀ। ਭਾਵੇਂ ਲੱਖਾਂ ਸੰਸਾਰ ਭਰ ਦੇ ਜੀਵ ਯਤਨ ਕਰਦੇ ਨੇ,
ਇੱਥੋਂ ਤੱਕ ਕਿ ਦੇਵੀ ਦੇਵਤੇ ਵੀ ਇਸ ਨਾਮ ਅੰਮ੍ਰਿਤ ਨੂੰ ਪਾਉਣ ਦੇ ਲਈ ਲੋਚਦੇ ਫਿਰਦੇ ਹੈ ਕਿ ਸਾਨੂੰ ਮਨੁੱਖਾ ਦੇਹੀ ਦੀ ਪ੍ਰਾਪਤੀ ਹੋ ਜਾਵੇ, ਸੀ ਨਾਮ ਅੰਮ੍ਰਿਤ ਦੀ ਦਾਤ ਪਾ ਕੇ ਅਮਰ ਹੋ ਜਾਈਏ। ਦੇਵੀ ਦੇਵਤਿਆਂ ਦੀਆਂ ਵੀ ਪ੍ਰਮਾਤਮਾ ਨੇ ਉਮਰਾਂ ਲਿਖੀਆਂ ਹੋਈਆਂ ਨੇ। 14 ਇੰਦਰ ਵਿਨਾਸ਼ ਕਾਲ ਬ੍ਰਹਮੇ ਦਾ ਇੱਕ ਦਿਵਸ ਕਹਾਵੈ। ਇਹ ਇੰਦਰ ਦੇਵਤੇ ਸਾਧ ਸੰਗਤ ਜੀ ਕਿੰਨੀਆਂ ਕਿੰਨੀਆਂ ਪਦਵੀਆਂ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਜਾਂਦੇ ਚਲੇ ਜਾਂਦੇ ਹਨ। ਭਾਵੇਂ ਬ੍ਰਹਮਾ ਜੀ ਹੈ, ਵਿਸ਼ਨੂੰ ਹੈ, ਸ਼ਿਵ ਜੀ ਹੈ, ਜਿੰਨੀਆਂ ਵੀ ਦੇਵੀ ਸ਼ਕਤੀਆਂ ਹਨ ਸਭ ਦੀਆਂ ਪ੍ਰਮਾਤਮਾ ਨੇ ਉਮਰਾਂ ਲਿਖੀਆਂ ਹੋਈਆਂ ਨੇ। ਜਿੰਨੀ ਪ੍ਰਾਰਬਧ ਪਰਮੇਸ਼ਰ ਨੇ ਲਿਖੀ ਉਹਨੇ ਭੋਗ ਕਰਕੇ ਫਿਰ ਸੰਸਾਰ ਤੋਂ ਚਲੇ ਜਾਂਦੇ, ਫਿਰ ਉਹ ਸੰਸਾਰ ਦੇ ਅੰਦਰ ਜਨਮ ਧਾਰਨ ਕਰਦੇ ਹਨ। ਔਰ ਇਸ ਕਰਕੇ ਹਜ਼ੂਰ ਨੇ ਫਰਮਾਨ ਕੀਤਾ, ਸਤਿਗੁਰੂ ਜੀ ਦਾ ਮੁੱਖ ਵਾਕ ਪੜ੍ਹਦੇ ਹਾਂ, ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਿਨਾਂ ਨੂੰ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਰਸ ਪ੍ਰਾਪਤ ਹੋਇਆ ਹੈ। ਔਰ ਹਜ਼ੂਰ ਦੇ ਗੁਰਬਾਣੀ ਵਿੱਚ ਮੁੱਖ ਵਾਕ ਹਨ, ਐਸੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਸ਼ਕਤੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਰਸ ਪ੍ਰਾਪਤ ਹੋ ਜਾਂਦਾ, ਉਹਨਾਂ ਨੂੰ ਦੁਨੀਆ ਦੇ ਰਸ ਫਿਰ ਫਿੱਕੇ ਲੱਗਣ ਲੱਗ ਪੈਂਦੇ ਹਨ। ਭਾਵੇਂ ਉਹ ਪਦਾਰਥਾਂ ਦਾ ਰਸ ਹੈ, ਭਾਵੇਂ ਵਿਸ਼ੇ ਸੁੱਖਾਂ ਦਾ ਰਸ ਹੈ, ਭਾਵੇਂ ਪਰਾਏ ਰੂਪਾਂ ਨੂੰ ਸੰਸਾਰ ਦੇ ਅੰਦਰ ਅੱਖਾਂ ਦਾ ਦੇਖਣ ਦਾ ਰਸ ਹੈ, ਜ਼ੁਬਾਨ ਤੋਂ ਬੋਲਣ ਦਾ ਰਸ ਹੈ, ਚਾਹੇ ਕੰਨਾਂ ਦੇ ਸੁਣਨ ਦਾ ਰਸ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਸਭ ਤਮਾਮ ਸੰਸਾਰ ਭਰ ਦੇ ਰਸ ਉਹਨਾਂ ਨੂੰ ਭੁੱਲ ਜਾਂਦੇ ਹੈ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਕੇ ਨਾਮ ਅੰਮ੍ਰਿਤ ਦਾ ਰਸ ਜਿਨ੍ਹਾਂ ਨੂੰ ਚਖਾ ਦਿੰਦਾ, ਜੋ ਵਾਹਿਗੁਰੂ ਦੇ ਪਰਮ ਰਸ ਦੀ ਪ੍ਰਾਪਤੀ ਕਰ ਲੈਂਦੇ ਹਨ। ਤੇ ਸਾਧ ਸੰਗਤ ਜੀ, ਅੰਮ੍ਰਿਤ ਇੱਕ ਐਸੀ ਸ਼ਕਤੀ ਹੈ ਜਿਸ ਕਰਕੇ ਜੀਵ ਨੂੰ ਦੁਬਾਰਾ ਸੰਸਾਰ ਦੇ ਅੰਦਰ ਜਨਮ ਨਹੀਂ ਧਾਰਨ ਕਰਨਾ ਪੈਂਦਾ। ਜੇ ਜਨਮ ਨਹੀਂ ਹੁੰਦਾ ਤੇ ਮੌਤ ਫਿਰ ਕਿਵੇਂ ਹੋ ਸਕਦੀ ਹੈ। ਇਹ ਇਸ ਅੰਮ੍ਰਿਤ ਨੂੰ ਸੰਸਾਰ ਦੇ ਜੀਵਾਂ ਨੇ, ਕਿਸੇ ਨੇ ਸਮੁੰਦਰ ਦੇ ਅਖੀਰਲੇ ਤਲ ਤੇ ਸਮਝਣਾ ਕੀਤਾ ਹੈ। ਕੋਈ ਪਤਾਲ ਦੇ ਵਿੱਚ ਕਹਿੰਦਾ ਕਿ 7ਵੇਂ ਪਤਾਲ ਦੇ ਵਿੱਚ ਅੰਮ੍ਰਿਤ ਵਸਦਾ ਹੈ, ਕੋਈ ਚੰਦਰਮਾ ਦੇ ਵਿੱਚ ਅੰਮ੍ਰਿਤ ਵਸਦਾ ਹੈ, ਕੋਈ ਕਹਿੰਦਾ ਹੈ ਕਿ ਕਾਂਤਾਂ ਦੇ ਹੋਠਾਂ ਦੇ ਵਿੱਚ ਅੰਮ੍ਰਿਤ ਵਸਦਾ ਹੈ। ਪਰ ਸਾਧ ਸੰਗਤ ਜੀ, ਜਿੰਨੇ ਵੀ ਸੰਸਾਰ ਦੀਆਂ ਇਹ ਵਿਚਾਰਾਂ ਹਨ, ਮਤਾਂ ਮਤਾਂਤਰਾਂ ਹਨ, ਜੇ ਇਹਨਾਂ ਦੀ ਵਿਚਾਰ ਕੀਤੀ ਜਾਵੇ ਤੇ ਕਿਤੇ ਵੀ ਅਸਲ ਅੰਮ੍ਰਿਤ ਦੀ ਪ੍ਰਾਪਤੀ ਹੋਣ ਵਾਲੀ ਨਹੀਂ ਹੈ। ਜੇ ਸਮੁੰਦਰ ਦੇ ਅਖੀਰਲੇ ਤਲ ਵਿੱਚ ਦੇਖਿਆ ਜਾਵੇ ਕਿ ਅੰਮ੍ਰਿਤ ਉੱਥੇ ਵਸਦਾ ਹੈ ਤੇ ਸਮੁੰਦਰ ਦਾ ਪਾਣੀ ਫਿਰ ਕਿਉਂ ਖਾਰਾ ਹੋਵੇ। ਸਾਧ ਸੰਗਤ ਜੀ, ਮਿਠਾਸ ਭਰਿਆ ਹੋਣਾ ਚਾਹੀਦਾ ਹੈ। ਔਰ ਇਸੇ ਪ੍ਰਕਾਰ 7ਵੇਂ ਪਤਾਲ ਦੇ ਵੀ ਜੇ ਅੰਮ੍ਰਿਤ ਰਹਿੰਦਾ ਵਸਦਾ ਹੋਵੇ ਤੇ ਫਿਰ ਜਿਹੜੇ ਸੱਪ ਹਨ ਉਹ ਮੁਕਤ ਹੋ ਜਾਣੇ ਚਾਹੀਦੇ ਹਨ। ਪਤਾਲ ਦੇ ਵੀ ਸੱਪਾਂ ਦੀ ਵੀ ਪ੍ਰਮਾਤਮਾ ਨੇ ਬੇਅੰਤ ਜੂਨਾਂ ਪੈਦਾ ਕੀਤੀਆਂ ਹਨ। ਔਰ ਇਸੇ ਪ੍ਰਕਾਰ ਚੰਦਰਮਾ ਦੇ ਵਿੱਚ ਹੋਵੇ ਤੇ ਚੰਦਰਮਾ ਵਧੇ ਘਟੇ ਕਿਉਂ, ਉਹਨੂੰ ਗ੍ਰਹਿਣ ਕਿਉਂ ਲੱਗੇ, ਉਹ ਕਲੰਕੀ ਕਿਉਂ ਹੁੰਦਾ, ਇਸ ਪ੍ਰਕਾਰ ਉਹਦੇ ਵਿੱਚ ਵੀ ਨਹੀਂ ਹੈ। ਫਿਰ ਕਾਂਤਾਂ ਦੇ ਹੋਠਾਂ ਦੇ ਵਿੱਚ ਮੰਨਿਆ ਜਾਂਦਾ ਸਾਧ ਸੰਗਤ ਜੀ, ਜੇ ਇਸ ਤਰ੍ਹਾਂ ਅੰਮ੍ਰਿਤ ਹੋਵੇ ਤੇ ਫਿਰ ਸੰਸਾਰ ਦੇ ਅੰਦਰ ਇਹ ਇਸਤਰੀਆਂ ਸਾਧ ਸੰਗਤ ਜੀ ਰੰਡੀਆਂ ਕਿ ਹੁਣ ਅਮਰ ਹੋ ਜਾਣੀਆਂ ਚਾਹੀਦੀਆਂ ਨੇ। ਇਸ ਕਰਕੇ ਕੋਈ ਵੀ ਮਤ, ਇਹ ਮਤ ਜਿਹੜੀ ਹੈ, ਕੋਈ ਵੀ ਵਿਚਾਰ ਇਹ ਅਸਲ ਮੇਲ ਨਹੀਂ ਖਾਣਾ ਕਰਦੇ ਜੋ ਅਸਲ ਵਿਚਾਰ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਔਰ ਹਜ਼ੂਰ ਦੇ ਮੁੱਖ ਵਾਕ ਹਨ ਕਿ ਅਕਾਲ ਪੁਰਖ ਪਰਮਾਤਮਾ ਨੇ ਨਾਮ ਅੰਮ੍ਰਿਤ ਦੀ ਦਾਤ ਜੀਵ ਦੇ ਹਿਰਦੇ ਅੰਦਰ ਹੀ ਟਿਕਾਈ ਹੈ। ਪਰ ਜਿਨ੍ਹਾਂ ਨੂੰ ਸਮਝਾ ਦਿੰਦਾ, ਜਿਨ੍ਹਾਂ ਨੂੰ ਸੋਝੀ ਬਖਸ਼ਿਸ਼ ਕਰ ਦਿੰਦਾ, ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਨਹੀਂ ਤਾਂ ਸੰਸਾਰ ਦੇ ਜੀਵ ਬਾਹਰ ਹੀ ਭਟਕ ਕਰਕੇ ਆਪਣੀ ਜ਼ਿੰਦਗੀ ਅਜ਼ਾਈ ਬਤੀਤ ਕਰ ਦਿੰਦੇ ਹਨ। ਵਾਹਿਗੁਰੂ ਦੇ ਨਾਮ ਅੰਮ੍ਰਿਤ ਤੋਂ ਸਖਣੇ ਹੀ ਸੰਸਾਰ ਤੋਂ ਤੁਰ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨ ਆਇਆ। ਜਿਉ ਕਸਤੂਰੀ ਮਿਰਗ ਨ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਾਜ ਬਿਕ ਸੰਗ੍ਰਹਿ, ਕਰਤਾ ਆਪ ਖਵਾਇਆ।
ਗੁਰਮੁਖ ਵਿਰਲੇ ਸੋਝੀ ਪਈ ਤਿਨ ਅੰਦਰ ਬ੍ਰਹਮ ਦਿਖਾਇਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਹਿਰਨ ਦੀ ਤਰ੍ਹਾਂ ਇਹ ਮਨਮੁਖ ਜੀਵ ਦਰ ਦਰ ਤੇ ਬਾਰ-ਬਾਰ ਭਟਕਦਾ ਫਿਰਦਾ ਹੈ, ਪਰ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਦਾਤ ਜੀਵ ਨੂੰ ਪ੍ਰਾਪਤ ਨਹੀਂ ਹੁੰਦੀ। ਕਦੇ ਕਿਸੇ ਪਾਸੇ ਜਾਂਦਾ, ਕਦੇ ਕਿਸੇ ਪਾਸੇ ਜਾਂਦਾ, ਪਰ ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਰਸ ਪ੍ਰਾਪਤ ਨਹੀਂ ਜੀਵ ਕਰ ਸਕਦਾ, ਕਿਉਂਕਿ ਨਾਮ ਅੰਮ੍ਰਿਤ ਨੂੰ ਛੱਡ ਕੇ ਬਿਖ ਜ਼ਹਿਰ ਦੀ ਤਰ੍ਹਾਂ ਵਿਸ਼ੇ ਸੁੱਖਾਂ ਨੂੰ ਇਕੱਤਰ ਕਰਨ ਦੇ ਵਿੱਚ ਲੱਗਾ ਹੋਇਆ ਹੈ। ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤਾ ਆਪ ਖਵਾਇਆ। ਪਰ ਹਜੂਰ ਕਹਿੰਦੇ ਕਰਨਹਾਰੇ ਪਰਮੇਸ਼ਰ ਨੇ ਆਪ ਹੀ ਇਸ ਜੀਵ ਨੂੰ ਖੱਜਲ ਖੁਆਰ ਕੀਤਾ। ਆਪ ਹੀ ਪ੍ਰਮਾਤਮਾ ਨੇ ਜੀਵ ਨੂੰ ਸੰਸਾਰ ਦੀ ਭਟਕਣਾ ਵਿੱਚ ਪਾਇਆ। ਆਪ ਹੀ ਪਰਮੇਸ਼ਰ ਨੇ ਜੀਵ ਦੀ ਮੱਤ ਤੇ ਭਰਮ ਦਾ ਪਰਦਾ ਪਾ ਕਰਕੇ ਸੰਸਾਰ ਦੇ ਝੂਠੇ ਅੰਮ੍ਰਿਤ ਜਿਹੜੇ ਸੱਚੇ ਦਿਖਾ ਦਿੱਤੇ ਹੈ, ਪਰ ਸੱਚਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਜੀਤ ਤੋਂ ਬੜਾ ਦੂਰ ਰੱਖਣਾ ਕੀਤਾ। ਗੁਰਮੁਖ ਵਿਰਲੇ ਸੋਝੀ ਪਈ ਤਿਨਾਂ ਅੰਦਰ ਬ੍ਰਹਮ ਦਿਖਾਇਆ। ਜਿਨ੍ਹਾਂ ਗੁਰਮੁਖਾਂ ਨੂੰ ਪ੍ਰਮਾਤਮਾ ਨੇ ਸੋਝੀ ਬਖਸ਼ਿਸ਼ ਕੀਤੀ ਹੈ, ਤਿਨਾਂ ਨੂੰ ਹਿਰਦੇ ਵਿੱਚੋਂ ਹੀ ਨਾਮ ਅੰਮ੍ਰਿਤ ਜਿਹੜਾ ਦਿਖਾ ਦਿੱਤਾ ਹੈ, ਬੁਝਾ ਦਿੱਤਾ, ਵਾਹਿਗੁਰੂ ਦਾ ਸਰੂਪ ਸਾਖਸ਼ਾਤ ਕਰਾ ਦਿੱਤਾ ਹੈ। ਔਰ ਇਸ ਲਈ ਪਾਤਸ਼ਾਹ ਸਤਿਗੁਰੂ ਜੀ ਨੇ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਅੰਮ੍ਰਿਤ ਜਿਨ੍ਹਾਂ ਚਖਾਇਓਨ ਰਸ ਆਇਆ ਸਹਿਜ ਸੁਭਾਏ, ਉਹਨਾਂ ਨੂੰ ਸੋਤੇ ਸਿੱਧੀ ਪਰਮੇਸ਼ਰ ਦੇ ਨਾਮ ਰਸ ਦੀ ਪ੍ਰਾਪਤੀ ਹੋ ਗਈ ਹੈ। ਨਹੀਂ ਤਾਂ ਸਾਧ ਸੰਗਤ ਜੀ, ਕਈ ਵਾਰ ਜ਼ਿੰਦਗੀ ਵਿੱਚ ਕਿੰਨਾ ਜੀਵ ਦਾ ਸਮਾਂ ਜਪ ਤਪ ਕਰਦਿਆਂ ਹੋਇਆ ਵੀ ਲੰਘ ਜਾਂਦਾ, ਪਰ ਪਰਮੇਸ਼ਰ ਦੇ ਨਾਮ ਰਸ ਦੀ ਪ੍ਰਾਪਤੀ ਨਹੀਂ ਕਰਦਾ। ਵਾਹਿਗੁਰੂ ਦੇ ਨਾਮ ਅੰਮ੍ਰਿਤ ਦੀ ਰਸ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸੰਸਾਰ ਦੇ ਰਸ ਕਸ ਨਹੀਂ ਛੱਡਦਾ। ਜਪ ਤਪ ਕਰਦਿਆਂ ਹੋਇਆਂ ਵੀ, ਬੰਦਗੀ ਕਰਦਿਆਂ ਹੋਇਆਂ ਵੀ ਸੰਸਾਰ ਦੇ ਰਸਾਂ ਨੂੰ ਮਾਣਨ ਦੀ ਵੀ ਚਿੱਤ ਚਾਹਵਾਨ ਹੋ ਕਰਕੇ ਰਹਿੰਦਾ, ਜਿਸ ਕਰਕੇ ਪ੍ਰਮਾਤਮਾ ਦਾ ਨਾਮ ਰਸ ਨਹੀਂ ਪ੍ਰਾਪਤ ਕਰ ਸਕਦਾ। ਜੇ ਸੰਸਾਰ ਦੇ ਰਸਾਂ ਤੋਂ ਉਪਰਾਮ ਹੋ ਜਾਵੇ, ਜਗਤ ਦੇ ਵਿਸ਼ੇ ਸੁੱਖਾਂ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ ਦੇ ਚਰਨਾਂ ਨਾਲ ਚਿੱਤ ਬਿਰਤੀ ਜੋੜ ਕੇ ਰੱਖੇ, ਫਿਰ ਮਹਾਰਾਜ ਕਹਿੰਦੇ ਸੁਭਾਵਕ ਹੀ ਪ੍ਰਮਾਤਮਾ ਦੀ ਮਿਹਰ ਨਾਲ, ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜੀਵ ਨੂੰ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਸੁਤੇ ਸਿੱਧ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਪਾ ਲੈਂਦਾ ਹੈ। ਸੱਚਾ ਬੇਪਰਵਾਹ ਹੈ। ਸੱਚਾ ਅਕਾਲ ਪੁਰਖ ਪ੍ਰਮਾਤਮਾ ਤਿੰਨਾਂ ਸਮਿਆਂ ਦੇ ਅੰਦਰ ਸੱਚਾ ਹੈ। ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਐਸਾ ਉਹ ਅੰਤਰਜਾਮੀ ਤੇ ਸਦੀਵੀ ਕਾਲ ਦੀ ਸਤ ਸਰੂਪ ਹੈ, ਫਿਰ ਕਿਸੇ ਦੀ ਪਰਵਾਹ ਨਹੀਂ ਹੈ। ਐਸਾ ਉਹ ਪਰਮਾਤਮਾ ਜੀ ਦਾ ਸਰੂਪ ਹੈ, ਕਿਸੇ ਦਾ ਭੈ ਨਹੀਂ, ਕਿਸੇ ਦੀ ਪਰਵਾਹ ਕਰਨ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਸਦਾ ਹੀ ਅਡੋਲ ਤੇ ਬੇਪਰਵਾਹ ਸਦੀਵੀ ਕਾਲ ਦੀ ਸੱਚਾ ਪਰਮੇਸ਼ਰ ਹੈ। ਤਿਸਨੋ ਤਿਲ ਨਾ ਤਮਾਏ। ਹੇ ਜੀਵ, ਉਸ ਪਰਮਾਤਮਾ ਨੂੰ ਤਿਲ ਮਾਤਰ, ਰਾਈ ਮਾਤਰ ਜਿੰਨੀ ਵੀ ਕਿਸੇ ਪ੍ਰਕਾਰ ਦੀ ਤਮਾ ਨਹੀਂ ਹੈ, ਕਿਸੇ ਪਦਾਰਥ ਦੀ ਤਮਾ ਨਹੀਂ। ਤਮਾ ਨਾਮ ਇੱਛਾ ਦਾ ਹੈ। ਰਾਈ ਮਾਤਰ ਵੀ, ਥੋੜੀ ਜਿੰਨੀ ਵੀ, ਤਿਲ ਮਾਤਰ ਵੀ ਉਸ ਪਰਮਾਤਮਾ ਨੂੰ ਕੋਈ ਤਮਾ ਨਹੀਂ, ਕੋਈ ਇੱਛਾ ਨਹੀਂ ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ, ਧਨ ਪਦਾਰਥਾਂ ਦੀ ਕੋਈ ਵੀ ਉਸ ਪਰਮਾਤਮਾ ਦੇ ਅੰਦਰ ਇੱਛਾ ਨਹੀਂ ਹੈ। ਉਹ ਪਰਮਾਤਮਾ ਕੇਵਲ ਹਿਰਦੇ ਦਾ ਪਿਆਰ ਦੇਖਦਾ ਹੈ, ਕੇਵਲ ਹਿਰਦੇ ਦੀ ਭਾਵਨਾ, ਅੰਦਰ ਦੀ ਸ਼ਰਧਾ ਤੇ ਭਾਵਨਾ ਦੀ ਕਰਕੇ ਪਰਮਾਤਮਾ ਪ੍ਰਸੀਦ ਜਾਂਦਾ ਹੈ, ਨਾ ਕਿ ਕਿਸੇ ਸੰਸਾਰ ਦੇ ਦੁਨੀਆ ਦੇ ਪਦਾਰਥਾਂ ਦੇ ਬਦਲੇ। ਔਰ ਹਜੂਰ ਬਖਸ਼ਿਸ਼ ਕਰਦੇ ਹਨ, ਤਿਸਨੋ ਤਿਲ ਨਾ ਤਮਾਏ। ਤਮਾਏ ਤੋਂ ਭਾਵ ਤਮੋ ਗੁਣ। ਤਿਲ ਮਾਤਰ ਜਿੰਨਾ ਵੀ ਪਰਮਾਤਮਾ ਦੇ ਅੰਦਰ ਤਮੋ ਗੁਣ ਨਹੀਂ ਹੈ। ਕ੍ਰੋਧ ਪਣ ਭਾਵ ਉਸ ਪਰਮਾਤਮਾ ਦੇ ਅੰਦਰ ਨਹੀਂ ਹੈ। ਸੰਸਾਰ ਦੇ ਜੀਵ ਕੋਈ ਰਜੋ ਗੁਣ, ਕੋਈ ਸਤੋ ਗੁਣ ਤੇ ਕੋਈ ਤਮੋ ਗੁਣ ਦੇ ਵਿੱਚ ਵਰਤ ਰਿਹਾ ਹੈ। ਤਿੰਨਾਂ ਗੁਣਾਂ ਦੇ ਵਿੱਚ ਪਰਮਾਤਮਾ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਪਰ ਪਰਮਾਤਮਾ ਮਹਾਰਾਜ ਕਹਿੰਦੇ ਇਹਨਾਂ ਤੋਂ ਉਪਰਾਮ ਹੈ। ਐਸਾ ਉਹ ਤੁਰੀਆ ਪਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਹੈ। ਸੰਸਾਰ ਦੇ ਬੰਧਨਾਂ ਤੋਂ ਸਦਾ ਹੀ ਆਜ਼ਾਦ ਰਹਿਣ ਵਾਲਾ ਹੈ। ਔਰ ਤਿਸਨੋ ਤਿਲ ਨਾ ਤਮਾਏ। ਤਮਾ ਨਾਮ ਹਨੇਰੇ ਦਾ ਹੈ। ਸੰਸਾਰ ਦੇ ਜੀਵ ਅਗਿਆਨਤਾ ਦੀ ਗਾਫਲਤਾਈ ਵਿੱਚ ਫਿਰ ਰਹੇ ਹਨ, ਪਰ ਪਰਮਾਤਮਾ ਅਗਿਆਨਤਾ ਦੀ ਗਾਫਲਤਾਈ ਤੋਂ ਪਰੇ ਹੈ। ਤਿਲ ਮਾਤਰ ਵੀ ਪਰਮਾਤਮਾ ਦੇ ਅੰਦਰ ਅਗਿਆਨ ਦਾ ਹਨੇਰਾ ਨਹੀਂ ਹੈ।
ਰਾਈ ਮਾਤਰ ਵੀ ਉਸ ਪਰਮਾਤਮਾ ਦੇ ਅੰਦਰ ਗਾਫਲਤਾਈ ਨਹੀਂ ਹੈ। ਪਹਿਲਾਂ ਵੀ ਪ੍ਰਕਾਸ਼ ਸਰੂਪ ਹੀ, ਹੁਣ ਵੀ ਪਰਮਾਤਮਾ ਪ੍ਰਕਾਸ਼ ਸਰੂਪ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਜੀ ਦਾ ਪ੍ਰਕਾਸ਼ ਸਰੂਪ ਹੀ ਹੋਵੇਗਾ। ਐਸਾ ਉਹ ਗਿਆਨ ਸਰੂਪ ਸਦਾ ਹੀ ਸੱਚਾ ਹੈ। ਅੰਮ੍ਰਿਤ ਸੱਚਾ ਵਰਸਦਾ। ਹਜੂਰ ਕਹਿੰਦੇ ਹਨ ਕਿ ਪ੍ਰਮਾਤਮਾ ਸਤਿਗੁਰੂ ਜੀ ਰੂਪ ਹੋ ਕਰਕੇ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਬਦਲ ਰੂਪ ਹੋ ਕਰਕੇ ਜੋ ਉਪਦੇਸ਼ ਰੂਪ ਵਰਖਾ ਕਰਦੇ ਹਨ। ਸਤ ਸੰਗਤ ਜੀ ਬਦਲਾਂ ਦੇ ਵਿੱਚ ਜਿਵੇਂ ਸਵੰਤੀ ਬੂੰਦ ਡਿੱਗਦੀ ਹੈ ਨਾ, ਤੇ ਜਿਹੜਾ ਬਬੀਹਾ ਮੁੱਖ ਅੜ ਕਰਕੇ ਪੀਊ ਪੀਊ ਕਰਕੇ ਪੁਕਾਰਦਾ, ਉਹਦੇ ਮੁਖ ਦੇ ਵਿੱਚ ਆ ਕਰਕੇ ਉਹ ਸਵੰਤੀ ਬੂੰਦ ਪੈਂਦੀ ਹੈ। ਨਛੱਤਰ ਦੀ ਬੂੰਦ ਦੇਵਨੇਤ ਨਾਲ ਪੂਰਬਲਾ ਭਾਗ ਜਾਗਦਾ, ਉਹਦੇ ਮੁਖ ਵਿੱਚ ਆ ਕੇ ਡਿੱਗਦੀ, ਉਹਦੀ ਪਿਆਸ ਬੁੱਝ ਜਾਂਦੀ ਹੈ। ਇਸੇ ਪ੍ਰਕਾਰ ਹਜੂਰ ਕਹਿੰਦੇ ਹਨ ਅੰਮ੍ਰਿਤ ਸੱਚਾ ਵਰਸਦਾ। ਗਰੀਬ ਨਵਾਜ ਸਤਿਗੁਰੂ ਜੀ ਘਨ ਗਰਜਤ ਗੋਬਿੰਦ ਰੂਪ ਬਦਲ ਰੂਪ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਉਪਦੇਸ਼ ਰੂਪੀ ਵਰਖਾ ਕਰਦੇ ਹੈ, ਜਿਸ ਵਿੱਚ ਨਾਮ ਅੰਮ੍ਰਿਤ ਦੀ ਸਵੰਤੀ ਬੂੰਦ ਡਿੱਗਦੀ ਹੈ। ਭਾਵੇਂ ਸਾਧ ਸੰਗਤ ਜੀ ਹਰ ਕੋ ਕਹਿੰਦਾ ਕਿ ਮੈਂ ਨਾਮ ਜਪਦਾ, ਪਰਮੇਸ਼ਰ ਦਾ ਚਿੰਤਨ ਕਰਦਾ, ਪਰ ਹਿਰਦੇ ਹੋ ਕੇ ਹਰ ਸਮੇਂ ਬਬੀਹੇ ਦੀ ਤਰ੍ਹਾਂ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਮੁਖ ਪਰਮਾਤਮਾ ਦੇ ਵੱਲ ਅੰਤਸ਼ਕਰਨ ਮੁਖ ਕਰ ਕਰਕੇ ਪਰਮਾਤਮਾ ਦੇ ਵੱਲ ਵਾਹਿਗੁਰੂ ਨੂੰ ਯਾਦ ਕਰਦਾ ਹੈ। ਉਸ ਗੁਰਮੁਖ ਪਿਆਰੇ ਜਗਿਆਸ ਰੂਪ ਅਬੀਹੇ ਦੇ ਹਿਰਦੇ ਰੂਪ ਮੁਖ ਦੇ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਬੂੰਦ ਡਿੱਗਦੀ ਭਾਵ ਪੈਂਦੀ ਹੈ। ਜਦੋਂ ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਰੂਪੀ ਵਰਖਾ ਕਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਬਦਲ ਰੂਪ ਹੋ ਕਰਕੇ ਵਰਸ ਰਹੇ ਹਨ। ਗੁਰਮੁਖਾਂ ਮੁਖ ਪਾਏ। ਗੁਰਮੁਖਾਂ ਦੀ ਮੁਖ ਵਿੱਚ ਪ੍ਰਮਾਤਮਾ ਨੇ ਨਾਮ ਅੰਮ੍ਰਿਤ ਦੀ ਬੂੰਦ ਪਾਈ ਹੈ। ਗੁਰਮੁਖਾਂ ਦੇ ਮੁਖ ਦੇ ਅੰਦਰ ਗੁਰਮੁਖ ਪਿਆਰੇ ਹਿਰਦੇ ਕਰਕੇ ਪ੍ਰਮਾਤਮਾ ਨੂੰ ਯਾਦ ਕਰਦੇ ਹੈ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖਾਂ ਮੁਖ ਪਾਏ। ਜਿਨ੍ਹਾਂ ਨੇ ਗੁਰਮੁਖਤਾ ਹੀ ਧਾਰਨ ਕੀਤੀ ਹੈ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਗਏ ਹਨ, ਤਿਨਾਂ ਦੇ ਅੰਤਸ਼ਕਰਨ ਮੁਖੜੇ ਦੇ ਅੰਦਰ ਪ੍ਰਮਾਤਮਾ ਨੇ ਨਾਮ ਅੰਮ੍ਰਿਤ ਦੀ ਬੂੰਦ ਪਾ ਦਿੱਤੀ ਹੈ। ਉਹ ਹਿਰਦੇ ਕਰਕੇ ਸਦਾ ਹੀ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਮਨ ਸਦਾ ਹਰਿਆਵਲਾ। ਐਸੇ ਗੁਰਮੁਖ ਪਿਆਰਿਆਂ ਦਾ ਮਨ ਸਦਾ ਹੀ ਪ੍ਰਫੁੱਲਿਤ ਹੋਇਆ ਰਹਿੰਦਾ ਹੈ, ਕਦੇ ਵੀ ਮੁਰਝਾਉਂਦਾ ਨਹੀਂ ਹੈ, ਕਦੇ ਵੀ ਸਾਧ ਸੰਗਤ ਜੀ ਸੁੱਕਦਾ ਨਹੀਂ ਹੈ, ਸਦਾ ਹਰਿਆਵਲਤਾ ਦੇ ਸਹਿਤ ਹੋ ਕਰਕੇ ਰਹਿੰਦਾ। ਜੋ ਸ਼ੁਭ ਗੁਣਾ ਰੂਪੀ ਪੰਖੜੀਆਂ ਜਿਵੇਂ ਸਾਧ ਸੰਗਤ ਜੀ ਕਮਲ ਪਾਣੀ ਦੇ ਵਿੱਚ ਰਹਿੰਦਾ ਹੋਇਆ, ਸਾਧ ਸੰਗਤ ਜੀ ਸਦਾ ਹੀ ਹਰਿਆਵਲਤਾ ਸਹਿਤ ਖਿੜਿਆ ਰਹਿੰਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਿਰਦਾ ਰੂਪ ਕੌਲ ਤਿੰਨਾਂ ਗੁਰਮੁਖਾਂ ਦਾ ਖਿੜਿਆ ਰਹਿੰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਜਿਨ੍ਹਾਂ ਨੂੰ ਪ੍ਰੇਮ ਰੂਪੀ ਜਲ ਮਿਲ ਜਾਂਦਾ ਹੈ, ਨਾਮ ਦਾ ਜਲ ਮਿਲ ਜਾਂਦਾ ਹੈ, ਉਹ ਗੁਰਮੁਖ ਪਿਆਰੇ ਆਪਣੇ ਹਿਰਦੇ ਨੂੰ ਸਦਾ ਹੀ ਖਿੜਾ ਕੇ ਰੱਖਦੇ, ਕਰਦੇ ਵੀ ਮੁਝਾਰ ਨਹੀਂ ਦਿੰਦੇ। ਪਰਮਾਤਮਾ ਉਹਨਾਂ ਦੇ ਹਿਰਦੇ ਅੰਦਰ ਸਦਾ ਹੀ ਹਰਿਆਵਲਤਾ ਬਖਸ਼ਿਸ਼ ਕਰਦਾ ਹੈ। ਸਹਜੇ ਹਰ ਗੁਣ ਗਾਏ। ਉਹ ਸੁਤੇ ਸਿੱਧ ਹੀ ਪਰਮਾਤਮਾ ਦੇ ਹਰੀ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹਿੰਦੇ ਹਨ। ਸੁਤੇ ਸਿੱਧ ਹੀ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਦੇ ਹੈ। ਕੋਈ ਵੀ ਸੰਸਾਰ ਦੇ ਅੰਦਰ ਮੁਖ ਤੋਂ ਬਚਨ ਬੋਲਣ, ਉਹਦੇ ਵਿੱਚ ਪਰਮਾਤਮਾ ਦੇ ਗੁਣ ਹੁੰਦੇ ਹੈ, ਉਹਦੇ ਵਿੱਚ ਪਰਮਾਤਮਾ ਦੀ ਹੀ ਸਿਫਤ ਗਾਈ ਜਾ ਰਹੀ ਹੁੰਦੀ ਹੈ। ਆਪਣਤ ਨੂੰ ਮਿਟਾ ਕੇ ਨਿਮਰਤਾਵਾਨ ਹੋ ਕੇ ਪਰਮਾਤਮਾ ਦੇ ਹੀ ਸੁਭਾਵਿਕ ਹੀ ਗੁਣ ਗਾਉਂਦੇ ਹਨ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਮਨਮੁਖ ਸਦਾ ਦੁਹਾਗਣੀ। ਜੋ ਮਨਮੁਖ ਜੀਵ ਰੂਪ ਸਕੀ ਹੈ, ਸਦਾ ਹੀ ਦੁਹਾਗਣੀ ਭਾਵ ਛੁੱਟੜ, ਸਦਾ ਹੀ ਛੁੱਟੜ ਬਣ ਕਰਕੇ ਰਹਿੰਦੀ ਹੈ। ਛੁੱਟੜ ਇਸਤਰੀਆਂ ਵਰਗਾ ਮਨਮੁਖ ਜੀਵ ਰੂਪ ਸਖੀ ਦਾ ਜੋ ਜੀਵਨ ਹੈ, ਮਨਮੁਖਾਂ ਦਾ ਜਿਹੜਾ ਜੀਵਨ ਹੈ, ਛੁੱਟੜ ਔਰਤਾਂ ਦੀ ਤਰ੍ਹਾਂ ਹੈ। ਮਹਾਰਾਜ ਕਹਿੰਦੇ ਫਿਰ 1 2 4 ਨਹੀਂ, ਸਦਾ ਵਾਸਤੇ ਕੋਈ ਦੇਣਾ ਕੋਈ ਸਮੇਂ ਦੀ ਗੱਲ ਨਹੀਂ, ਸਦਾ ਹੀ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਜਾਣਾ ਕੀਤਾ,
ਤਿੰਨਾਂ ਨੇ ਮਹਾਰਾਜ ਕਹਿੰਦੇ ਛੁੱਟੜ ਇਸਤਰੀਆਂ ਦੀ ਤਰ੍ਹਾਂ ਜੀਵਨ ਧਾਰਨ ਕੀਤਾ ਹੈ। ਦਰ ਖੜੀਆ ਵਿਲ ਲਾਹੇ। ਉਹ ਸੰਸਾਰ ਰੂਪੀ ਦਰ ਦਰਵਾਜ਼ੇ ਤੇ ਖਲੋ ਕਰਕੇ ਵਿਰਲਾਪ ਕਰ ਰਹੀਆਂ ਨੇ, ਜੋ ਮਨਮੁਖ ਛੁੱਟੜ ਜੀਵ ਰੂਪ ਸਖੀਆਂ ਹਨ, ਜੋ ਸਤਿਗੁਰੂ ਜੀ ਤੋਂ ਬੇਮੁਖ ਹੋ ਗਈਆਂ ਨੇ। ਔਰ ਇਸੇ ਪ੍ਰਕਾਰ ਦਰ ਖੜੀਆਂ ਬਿਲ ਲਾਹੇ, ਜਦੋਂ ਜਮ ਸਜਾਵਾਂ ਦਿੰਦੇ ਜਮਾਂ ਦੇ ਦਰ ਤੇ ਖਲੋ ਕਰਕੇ ਵਿਰਲਾਪ ਕਰ ਰਹੇ ਹੈ। ਮਨਮੁਖ ਜੀਵ ਪੁੱਬਾਂ ਮਾਰ ਮਾਰ ਕਰਕੇ ਰੋਂਦੇ ਨੇ, ਉੱਚੀ ਉੱਚੀ ਵਿਰਲਾਪ ਕਰਦੇ ਨੇ, ਸਾਨੂੰ ਬਚਾ ਲਓ, ਜਮਾਂ ਤੋਂ ਬਚਾ ਲਓ, ਨਰਕਾਂ ਦੀ ਅੱਗ ਵਿੱਚ ਪੈਣੇ ਤੋਂ ਬਚਾ ਲਓ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਉੱਥੇ ਫਿਰ ਕੌਣ ਬਚਾਵ ਕਰਨ ਵਾਲਾ? ਜਿਸ ਨੇ ਬਚਾਅ ਕਰਨਾ ਸੀ ਉਹਨੂੰ ਤਾਂ ਕਦੇ ਚੇਤੇ ਕੀਤਾ ਨਹੀਂ, ਪਰਮਾਤਮਾ ਦਾ ਨਾਮ ਕਦਾਚਿਤ ਵੀ ਜਪਿਆ ਨਹੀਂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਇਹ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਵੀ ਅਣਸੁਣਾ ਕਰ ਦਿੱਤਾ। ਕਦੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਹੀ ਨਹੀਂ ਸੀ ਕੀਤਾ, ਜਿਸ ਕਰਕੇ ਗਰੀਬ ਨਵਾਜ ਮਹਾਰਾਜ ਕਹਿੰਦੇ ਹਨ, ਦਰ ਖੜੀਆਂ ਬਿਲ ਲਾਹੇ। ਉਹ ਮਨਮੁਖ ਜੀਵ ਰੂਪ ਸਖੀਆਂ ਫਿਰ ਧਰਮ ਰਾਜੇ ਦੇ ਦਰ ਤੇ ਖਲੋ ਕਰਕੇ ਵਿਰਲਾਪ ਕਰਦੀਆਂ ਨੇ ਕਿ ਸਾਨੂੰ ਹੁਣ ਕੋਈ ਬਚਾ ਲਓ। ਪਰ ਹਜੂਰ ਦੇ ਬਚਨ ਹਨ ਕਿ ਐਸੇ ਮਨਮੁਖ ਜੀਵਾਂ ਦੀ ਜਿਹੜੀ ਸਜ਼ਾ ਹੈ ਨਾ, ਬਹੁਤ ਸਾਧ ਸੰਗਤ ਜੀ ਡਾਢੀ ਸਜ਼ਾ ਪ੍ਰਾਪਤ ਹੋਵਣਾ ਕਰਦੀ ਹੈ। ਉਹ ਬਾਰ-ਬਾਰ ਜਮ ਉਹਨਾਂ ਨੂੰ ਸੁਝਾਵਾਂ ਦੇਂਦੇ ਵਿਰਲਾਪ ਕਰਦੇ, ਫਿਰ ਉੱਥੇ ਕੋਈ ਵੀ ਬਚਾਉਣ ਵਾਲਾ ਨਹੀਂ ਹੁੰਦਾ। ਬਾਰ-ਬਾਰ ਭਾਵੇਂ ਭੁੱਬਾਂ ਮਾਰ-ਮਾਰ ਕਰਕੇ ਰੋਂਦੇ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ, ਦਰ ਖੜੀਆਂ ਬਿਲ ਲਾਹੇ। 84 ਲੱਖ ਜੂਨਾ ਰੂਪੀ ਦਰ ਦਰਵਾਜ਼ਿਆਂ ਤੇ ਖਲੋ ਖਲੋ ਕਰਕੇ ਐਸੀ ਮਨਮੁਖ ਜੀਵ ਰੂਪ ਸਖੀਆਂ ਖਲੋ ਕਰਕੇ ਵਿਰਲਾਪ ਕਰਦੀਆਂ ਕਿ ਅਸੀਂ ਹੁਣ ਦੁਬਾਰਾ ਸੰਸਾਰ ਦੇ 84 ਦੇ ਗੇੜੇ ਵਿੱਚ ਨਹੀਂ ਪੈਣਾ ਚਾਹੁੰਦੀ ਹੈ। ਪਰ ਮਹਾਰਾਜ ਕਹਿੰਦੇ ਕੋਈ ਵੀ ਉਹਨਾਂ ਦੀ ਪੁਕਾਰ ਸੁਣਦਾ ਨਹੀਂ ਹੈ। ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ। ਜਿਨ੍ਹਾਂ ਮਨਮੁਖ ਛੁੱਟੜ ਜੀਵ ਰੂਪ ਸਖੀਆਂ ਨੂੰ ਪਿਰ ਪਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਨਹੀਂ ਆਇਆ। ਜੋ ਧੁਰ ਲਿਖਿਆ ਸੋ ਕਮਾਹੇ। ਸਤਿਗੁਰੂ ਜੀ ਕਹਿੰਦੇ ਉਹਨਾਂ ਮਨਮੁਖਾਂ ਦੇ ਹੱਥ ਵੀ ਕੁਝ ਨਹੀਂ ਹੈ। ਜੋ ਪਰਮਾਤਮਾ ਨੇ ਧੁਰੋਂ ਲਿਖ ਕਰਕੇ ਲਿਖਤ ਪਾ ਦਿੱਤੀ, ਉਹ ਕੁਝ ਇਸ ਸੰਸਾਰ ਦੇ ਵਿੱਚ ਕਮਾਈ ਕਰਦੇ ਹਨ। ਭਾਵੇਂ ਉਹ ਧਰਮ ਦੀ ਕਮਾਈ ਪਰਮਾਤਮਾ ਨੇ ਲਿਖੀ ਹੈ, ਜਾਂ ਫਿਰ ਸੰਸਾਰ ਦੇ ਅੰਦਰ ਝੂਠ ਦੀ ਕਮਾਈ ਕਰਦੇ ਹੈ। ਐਸੇ ਸੰਸਾਰ ਦੇ ਜਿਹੜੇ ਮਨਮੁਖ ਜੀਵ ਹਨ, ਉਹ ਝੂਠੀ ਕਮਾਈ ਦੇ ਵਿੱਚ ਹੀ ਹਰ ਸਮੇਂ ਆਪਣੀ ਜ਼ਿੰਦਗੀ ਲਗਾਈ ਰੱਖਦੇ ਹੈ। ਹਰ ਸਮੇਂ ਆਪਣੇ ਚਿਰ ਦਾ ਲਗਾਓ ਸੰਸਾਰ ਦੇ ਵਿੱਚ ਹੀ ਬਣਾ ਕਰਕੇ ਰੱਖਦੇ ਹਨ। ਕਦੇ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਕਦੇ ਵੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਸੱਚੇ ਨਾਮ ਦੀ ਕਮਾਈ ਨਹੀਂ ਕਰਨਾ ਕਰਦੇ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਜੋ ਧੁਰ ਲਿਖੀ, ਜੋ ਪਰਮਾਤਮਾ ਨੇ ਧੁਰੋਂ ਹੀ ਲਿਖ ਕਰਕੇ ਪਾਏ ਹੈ, ਸੋ ਕਮਾਹੇ। ਉਹ ਕੁਝ ਉਹਨਾਂ ਨੇ ਕਮਾਈ ਕੀਤੀ ਹੈ, ਉਹ ਕੁਝ ਹੀ ਸੰਸਾਰ ਦੇ ਅੰਦਰ ਮਨਮੁਖਾਂ ਨੇ ਕਰਮ ਕਮਾਏ ਹਨ। ਗੁਰਮੁਖ ਬੀਜੇ ਸੱਚ ਜੰਮੈ। ਗੁਰਮੁਖ ਪਿਆਰੇ ਪਰਮੇਸ਼ਰ ਦੇ ਸੱਚੇ ਨਾਮ ਦਾ ਬੀਜ ਬੀਜਦੇ ਹਨ, ਜਿਸ ਕਰਕੇ ਸਾਧ ਸੰਗਤ ਜੀ ਵਾਹਿਗੁਰੂ ਦੇ ਸਰੂਪ ਰੂਪੀ ਫਲ ਦੀ ਤਿਨਾਂ ਨੂੰ ਪ੍ਰਾਪਤੀ ਹੁੰਦੀ ਹੈ। ਕਿਉਂਕਿ ਸ਼ਰਵਣ ਮੰਨਣ ਤੇ ਨਿਧ ਆਸਣ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਸੁਣਿਆ, ਨਾਮ ਦਾ ਸਰਵਣ ਕੀਤਾ, ਤਿੰਨਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਕੇ ਨਾਮ ਦਾ ਬੀਜ ਆਪਣੇ ਹਿਰਦੇ ਰੂਪ ਧਰਤੀ ਤੇ ਬੀਜਿਆ ਹੈ। ਜਿਸ ਕਰਕੇ ਗਿਆਨ ਦਾ ਫਲ ਵਾਹਿਗੁਰੂ ਦੀ ਸਰੂਪ ਰੂਪੀ ਫਲ ਦੀ ਪ੍ਰਾਪਤੀ ਹੋ ਗਈ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਗੁਰਮੁਖ ਬੀਜੇ ਸੱਚ ਜੰਮੈ। ਗੁਰਮੁਖ ਪਿਆਰਿਆਂ ਨੇ ਸੱਚੇ ਨਾਮ ਦਾ ਬੀਜ ਬੀਜਿਆ ਆਪਣੇ ਹਿਰਦੇ ਰੂਪ ਧਰਤੀ ਦੇ ਅੰਦਰ, ਜਿਸ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਰੂਪ ਫਲ ਉਹਨਾਂ ਨੂੰ ਪ੍ਰਾਪਤ ਆਇਆ। ਬ੍ਰਹਮਾਨੰਦ ਰੂਪੀ ਫਲ ਦੀ ਤਿੰਨਾਂ ਗੁਰਮੁਖਾਂ ਨੂੰ ਪ੍ਰਾਪਤੀ ਹੋਈ ਹੈ। ਸੱਚ ਨਾਮ ਵਪਾਰ। ਐਸੇ ਗੁਰਮੁਖ ਪਿਆਰੇ ਸੱਚੇ ਨਾਮ ਦਾ ਹੀ ਵਪਾਰ ਕਰਦੇ ਹਨ। ਆਪ ਨਾਮ ਜਪਣਾ ਤੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਨਾਮ ਜਪਾਉਣਾ, ਇਹ ਗੁਰਮੁਖਾਂ ਦੇ ਹਿੱਸੇ ਆਇਆ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸੱਚ ਨਾਮ ਵਪਾਰ ਹੈ। ਜੀਵ ਜੇ ਵਪਾਰ ਕਰਨਾ ਹੀ ਹੈ ਨਾ, ਤੇ ਪਰਮੇਸ਼ਰ ਦੇ ਸੱਚੇ ਨਾਮ ਦਾ ਕਰਿਆ ਕਰ, ਜਿਸ ਵਿੱਚ ਕਦੇ ਵੀ ਘਾਟਾ ਨਹੀਂ ਪੈਂਦਾ, ਸਦਾ ਹੀ ਲਾਹਾ ਹੀ ਪ੍ਰਾਪਤ ਹੁੰਦਾ ਹੈ, ਸਦਾ ਹੀ ਲਾਭ ਹੀ ਮਿਲਦਾ, ਕਦੇ ਵੀ ਘਾਟਾ ਨਹੀਂ ਪੈਂਦਾ, ਕਦੇ ਤੋਟਾ ਨਹੀਂ ਆਉਂਦਾ।
ਇਸ ਲਈ ਹੈ ਜੀਵ ਸੱਚੇ ਵਾਹਿਗੁਰੂ ਦੇ ਨਾਮ ਦਾ ਵਪਾਰ ਕਰਿਆ ਕਰ। ਜੋ ਇਤ ਲਾਹੈ ਲਾਇਨ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇਸ ਨਾਮ ਦੀ ਪ੍ਰਾਪਤੀ ਕਰਨੇ ਲਾਹੇ ਦੇ ਵੱਲ ਲਗਾ ਦਿੱਤਾ ਹੈ। ਕਿਉਂਕਿ ਲਾਹੇ ਵੀ ਕਈ ਪ੍ਰਕਾਰ ਦੇ ਨੇ ਸੰਸਾਰ ਅੰਦਰ। ਕੋਈ ਧਨ ਦਾ ਲਾਹਾ ਖੱਟਦਾ ਹੈ, ਕੋਈ ਪਦਾਰਥਾਂ ਦਾ ਲਾਹਾ ਖੱਟਦਾ ਹੈ, ਕੋਈ ਪਦਾਰਥਾਂ ਨੂੰ ਛਕਣ ਦਾ ਲਾਹਾ ਖੱਟਦਾ ਹੈ, ਕੋਈ ਪਦਾਰਥਾਂ ਦੀ ਇਕੱਤਰਤਾ ਕਰਨੇ ਦਾ ਲਾਹਾ ਖੱਟਦਾ ਹੈ। ਸਾਧ ਸੰਗਤ ਜੀ, ਲਾਹੇ ਵੀ ਕਈ ਪ੍ਰਕਾਰ ਦੇ ਹਨ। ਕੋਈ ਵਿਸ਼ੇ ਸੁੱਖਾਂ ਨੂੰ ਮਾਣ ਕੇ ਕਹਿੰਦਾ ਜੀ ਬੜਾ ਹੀ ਲਾਹਾ ਆਇਆ, ਪਰ ਹਜ਼ੂਰ ਕਹਿੰਦੇ ਦੁਨੀਆ ਦੇ ਲਾਹੇ ਕੇਵਲ ਦੁਨੀਆ ਤੱਕ ਸੀਮਤ ਹੈ। ਪਰਮੇਸ਼ਰ ਦੇ ਨਾਮ ਦਾ ਲਾਹਾ ਦੋਹਾਂ ਲੋਕਾਂ ਵਿੱਚ ਨਾਲ ਨਿਭਣ ਵਾਲਾ ਹੈ, ਜਗਤ ਦੇ ਬੰਧਨਾਂ ਤੋਂ ਆਜ਼ਾਦ ਕਰਾਉਣ ਵਾਲਾ ਹੈ। ਐਸਾ ਪਰਮੇਸ਼ਰ ਦਾ ਨਾਮ ਦਾ ਲਾਹਾ ਹੈ ਜੋ ਕਿਸੇ ਵੀ ਸੰਸਾਰ ਦੇ ਅਦਾਰੇ ਤੋਂ ਹੋਰ ਪ੍ਰਾਪਤ ਹੋਣ ਵਾਲਾ ਨਹੀਂ ਹੈ, ਜੋ ਅਸਲ ਜ਼ਿੰਦਗੀ ਦੀ ਸਫਲਤਾ ਦਾ ਲਾਹਾ ਹੈ। ਪਰਮਾਤਮਾ ਦੀ ਬੰਦਗੀ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਤ ਸੰਗਤ ਦੇ ਵਿੱਚੋਂ ਹੀ ਅਸਲ ਲਾਹਾ ਮਿਲਦਾ ਹੈ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜੋ ਇਤ ਲਾਹੈ ਲਾਇਨ, ਜਿਨ੍ਹਾਂ ਗੁਰਮੁਖਾਂ ਵਡਭਾਗੇ ਪੁਰਖਾਂ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਨਾਮ ਜਪਣ ਰੂਪ ਲਾਹੇ ਦੇ ਵੱਲ ਲਗਾ ਦਿੱਤਾ ਹੈ, ਜੀਵਨ ਦੀ ਸਫਲਤਾ ਬਣਾਉਣ ਰੂਪ ਲਾਹੇ ਦੇ ਵੱਲ ਲਗਾ ਦਿੱਤਾ ਹੈ, ਨਾਮ ਤਨ ਖੱਟਣ ਰੂਪ ਲਾਹੇ ਦੇ ਵੱਲ ਮਹਾਰਾਜ ਸਾਹਿਬ ਜੀ ਨੇ ਲਗਾ ਦਿੱਤਾ ਹੈ। ਭਗਤੀ ਦੇ ਭੰਡਾਰ, ਤਿਨਾਂ ਨੂੰ ਹਿਰਦੇ ਅੰਦਰ ਭਗਤੀ ਦੇ ਭੰਡਾਰੇ ਪ੍ਰਮਾਤਮਾ ਨੇ ਦੇ ਦਿੱਤੇ ਹਨ। ਜਿਨ੍ਹਾਂ ਨੂੰ ਸੱਚੇ ਨਾਮ ਦੇ ਲਾਹੇ ਵੱਲ ਲਗਾ ਦਿੱਤਾ ਹੈ, ਉਹ ਫਿਰ ਦੁਨੀਆ ਦੇ ਲਾਹੇ ਛੱਡ ਕੇ ਅਸਲ ਜ਼ਿੰਦਗੀ ਦੀ ਸਫਲਤਾ ਦਾ ਲਾਹਾ ਮੰਨਣ ਦੇ ਵਾਸਤੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਜਗਤ ਵਿੱਚ ਰਹਿੰਦਿਆਂ ਵੀ ਪ੍ਰਮਾਤਮਾ ਨੂੰ ਕਦੇ ਵਿਸਾਰਦੇ ਨਹੀਂ ਹਨ। ਗੁਰਮੁਖ ਸਦਾ ਸੁਹਾਗਣੀ, ਗੁਰਮੁਖਾਂ ਮਹਾਤਮਾ ਰੂਪ ਜੋ ਸਖੀਆਂ ਨੇ ਸਦਾ ਹੀ ਸੁਹਾਗਵਤੀਆਂ ਨੇ, ਕਿਉਂਕਿ ਉਹਨਾਂ ਨੂੰ ਪਤੀ ਪਰਮੇਸ਼ਰ ਦਾ ਪਿਆਰ ਪ੍ਰਾਪਤ ਹੋਇਆ, ਤਿਨਾਂ ਨੂੰ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਿਲਿਆ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਜਿਸ ਕਰਕੇ ਗੁਰਮੁਖਾਂ ਜੀਵ ਰੂਪ ਸਖੀਆਂ ਸਦਾ ਹੀ ਸੁਹਾਗਵਤੀਆਂ ਹੋ ਗਈਆਂ ਹਨ। ਭੈ ਭਗਤ ਸਿਗਾਰ, ਹੇ ਮਹਾਰਾਜ, ਤਿਨਾਂ ਨੇ ਸ਼ਿੰਗਾਰ ਕਿਹੋ ਜਿਹਾ ਕੀਤਾ? ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ, ਭੈ ਤੇ ਭਗਤੀ ਦਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਭੈ ਵਿੱਚ ਰਹਿ ਕੇ ਪ੍ਰੇਮਾ ਭਗਤੀ ਕਰਨੀ, ਇਹ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਦਾ ਸ਼ਿੰਗਾਰ ਹੈ। ਜਿਵੇਂ ਹਜੂਰ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ, ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿਗਾਰੋ, ਤਾ ਸੁਹਾਗਣ ਜਾਣੀਆਂ ਲਾਗੀ, ਜਾ ਸਹੁ ਤਰੇ ਪਿਆਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭੈ ਦੀਆਂ ਜਿਹੜੀਆਂ ਸਲਾਈਆਂ, ਭਾਵ ਨੇਤਰਾਂ ਵਿੱਚ ਜਿਹੜਾ ਸੁਰਮਾ ਪਾਉਣਾ ਹੈ ਨਾ, ਕੱਜਲ ਪਾਉਣਾ ਹੈ, ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿਗਾਰੋ, ਤੇ ਪ੍ਰੇਮ ਦਾ ਸ਼ਿੰਗਾਰ ਕਰ ਪ੍ਰਮਾਤਮਾ ਨੂੰ ਜੇ ਅਕਾਲ ਪੁਰਖ ਵਾਹਿਗੁਰੂ ਪਾਤੀ ਦੀ ਪ੍ਰਸੰਨਤਾ ਪਾਉਣਾ ਚਾਹੁੰਦੀ ਹੈ। ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿਗਾਰੋ, ਤਾ ਸੁਹਾਗਣ ਜਾਣੀਆਂ ਲਾਗੀ, ਜਾ ਸਹੁ ਤਰੇ ਪਿਆਰੋ। ਇਹ ਜੀਵ ਰੂਪ ਸਕੀ, ਤਾਂ ਤੂੰ ਸੁਹਾਗਣ ਜਾਣੀ ਜਾਵੇਂਗੀ ਜੇ ਤੇਰੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੋਵੇਗਾ। ਇਹ ਜੀਵ, ਤਾਂ ਹੀ ਤੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਦੇ ਯੋਗ ਹੋਵੇਗਾ, ਤਾਂ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲਾ ਬਣੇਗਾ, ਜੇ ਹਿਰਦੇ ਅੰਦਰ ਸੱਚਾ ਪ੍ਰੇਮ ਧਾਰਨ ਕਰੇਗਾ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗੁਰਮੁਖ ਸਦਾ ਸੁਹਾਗਣੀ, ਭੈ ਭਗਤ ਸਿਗਾਰ। ਜਿਨ੍ਹਾਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਨੇ ਭੈ ਤੇ ਪ੍ਰੇਮਾ ਭਗਤੀ ਦਾ ਸ਼ਿੰਗਾਰ ਆਪਣੇ ਹਿਰਦੇ ਅੰਦਰ ਬਣਾਇਆ ਹੈ, ਤਿਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੀਆਂ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੁਹਾਗਵਤੀਆਂ ਜੀਵ ਰੂਪ ਸਖੀਆਂ ਬਣਾ ਦਿੱਤਾ ਹੈ। ਤਿਨਾਂ ਨੂੰ ਪ੍ਰਮਾਤਮਾ ਨੇ ਆਪਣੇ ਸਰੂਪ ਦਾ ਆਨੰਦ ਬਖਸ਼ਿਆ ਹੈ। ਆਨ ਦਿਨ ਰਾਵ ਹੈ ਪਿਰ ਆਪਣਾ, ਐਸੇ ਗੁਰਮੁਖਾ ਰੂਪ ਸਖੀਆਂ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਦੀਆਂ ਹਨ, ਕਿਉਂਕਿ ਜੋ ਪਰਮੇਸ਼ਰ ਦੇ ਨਾਮ ਦਾ ਆਨੰਦ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਆਨੰਦ ਹੈ, ਉਹ ਕਹਿਣੇ ਕਥਨੇ ਤੋਂ ਬਾਹਰ ਹੈ। ਸਤਿਗੁਰੂ ਜੀ ਦਾ ਬਚਨ ਹੈ, ਮਿਲਨੇ ਕੀ ਮਹਿਮਾ ਵਰਨ ਨਾ ਸਾਕਾਓ, ਨਾਨਕ ਪਰੈ ਪਰੀਕਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਦੇ ਮਿਲਾਪ ਦੀ ਜਿਹੜੀ ਮਹਿਮਾ ਹੈ ਨਾ, ਉਹਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ।
ਕਿੰਨਾ ਆਨੰਦ ਉਹਨਾਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਨੂੰ ਪ੍ਰਾਪਤ ਹੁੰਦਾ ਹੋਵੇਗਾ। ਕਿੰਨੇ ਕਣੇ ਆਨੰਦ ਦੀ ਪ੍ਰਾਪਤੀ ਹੋਈ ਹੋਵੇਗੀ ਜਿਨ੍ਹਾਂ ਨੇ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਿਆ। ਜੋ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਰਾਤ ਵੀ ਦਿਨੇ ਵੀ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਦੇ ਹੈ। ਸਤ ਸੰਗਤ ਜੀ ਉਹ ਕਹਿਣੇ ਕਥਨੇ ਤੋਂ ਬਾਹਰ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ। ਅਨ ਦਿਨ ਰਾਵਹਿ ਪਿਰ ਆਪਣਾ, ਰਾਤ ਵੀ ਦਿਨੇ ਵੀ ਵਾਹਿਗੁਰੂ ਪ੍ਰਮਾਤਮਾ ਜੀ ਦੀ ਸਰੂਪ ਦਾ ਆਨੰਦ ਮਾਣਦੇ ਹਨ। ਸੱਚ ਰਖੇ ਔਰ ਧਾਰ, ਕਿਉਂਕਿ ਸੱਚੇ ਪ੍ਰਮਾਤਮਾ ਨੂੰ ਤਿਨਾਂ ਨੇ ਔਰ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ ਹੈ। ਹੇ ਜੀਵ, ਤੂੰ ਵੀ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਨੂੰ ਧਾਰਨ ਕਰਕੇ ਰੱਖ। ਪ੍ਰਮਾਤਮਾ ਤੇਰੇ ਤੇ ਕਿਰਪਾ ਕਰੇਗਾ। ਆਪਣੇ ਨਾਮ ਦਾ, ਆਪਣੇ ਸਰੂਪ ਦਾ ਆਨੰਦ ਹੈ ਜੀਵ ਤੈਨੂੰ ਵੀ ਬਖਸ਼ੇਗਾ। ਜਿਨ੍ਹਾਂ ਪਿਰ ਰਾਵਿਆ ਆਪਣਾ, ਜਿਨ੍ਹਾਂ ਵਡਭਾਗੇ ਪੁਰਖਾਂ ਜੀਵ ਰੂਪ ਸਖੀਆਂ ਨੇ ਆਪਣੇ ਪਿਰ ਪਤੀ ਪਰਮੇਸ਼ਰ ਦਾ ਆਨੰਦ ਮਾਣ ਲਿਆ ਹੈ। ਤਿੰਨਾਂ ਬਿਟ ਹੋ ਵੱਲ ਜਾਓ, ਤਿਨਾਂ ਤੋਂ ਅਸੀਂ ਘੁੰਮ ਵਾਰਨੇ ਜਾਂਦੇ ਹਾਂ। ਹੇ ਜੀਵ ਰੂਪ ਸਖੀ, ਤੂੰ ਵੀ ਘੁੰਮ ਵਾਰਨੇ ਜਾ। ਤਿਨਾਂ ਤੋਂ ਕੁਰਬਾਨ ਜਾਣਾ ਕਰ ਜਿਨ੍ਹਾਂ ਨੇ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਿਆ, ਜਿਨ੍ਹਾਂ ਨੇ ਵਾਹਿਗੁਰੂ ਦੇ ਸਰੂਪਾਨੰਦ ਨੂੰ ਮਾਨਣਾ ਕੀਤਾ। ਕਿਉਂਕਿ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਛੱਡ ਕਰਕੇ, ਸੰਸਾਰ ਦੇ ਤਮਾਮ ਮਾਇਕੀ ਸੁੱਖਾਂ ਨੂੰ ਛੱਡ ਕੇ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਸ ਸੰਸਾਰ ਦਾ ਤਿਆਗ ਕਰਕੇ ਹੀ ਪ੍ਰਮਾਤਮਾ ਦੇ ਸਰੂਪ ਦੇ ਆਨੰਦ ਦੀ ਪ੍ਰਾਪਤੀ ਹੈ। ਇਸ ਕਰਕੇ ਹਜ਼ੂਰ ਨੇ ਫਰਮਾਨ ਕੀਤਾ, ਹੇ ਜੀਵ ਤਿੰਨਾਂ ਵਿਟਹੁ ਬਲ ਜਾਓ। ਤਿੰਨਾਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਤੋਂ ਘੁੰਮ ਵਾਰਨੇ ਜਾਣਾ ਕਰ, ਕੁਰਬਾਨ ਜਾਣਾ ਕਰ, ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਕਰ। ਕਿਉਂਕਿ ਤੈਨੂੰ ਵਾਹਿਗੁਰੂ ਦੇ ਸਰੂਪ ਦੇ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕੀ। ਕਿਉਂਕਿ ਇਹ ਜੀਵ, ਇਹ ਮਨਾਂ ਤੂੰ ਸੰਸਾਰ ਦੇ ਰਸਾਂ ਨੂੰ ਛੱਡ ਨਹੀਂ ਸਕਿਆ। ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ ਲੱਗਾ ਰਿਹਾ। ਤੇ ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਵਾਹਿਗੁਰੂ ਦੇ ਪਰਮ ਰਸ ਨੂੰ ਮਾਣ ਲਿਆ, ਬ੍ਰਹਮਾਨੰਦ ਦੀ ਪ੍ਰਾਪਤੀ ਹੋ ਗਈ। ਜਾਣ ਉਹਨਾਂ ਨੇ ਸੰਸਾਰ ਦੇ ਰਸ ਛੱਡੇ ਹੈ। ਇਸ ਕਰਕੇ ਤਿਨਾਂ ਤੋਂ ਕੁਰਬਾਨ ਜਾਣਾ ਕਰ, ਤਿਨਾਂ ਤੋਂ ਬਲਿਹਾਰ ਜਾਣਾ ਕਰ। ਸਦਾ ਪਿਰ ਕੈ ਸੰਗ ਰਹੇ, ਐਸੀਆਂ ਗੁਰਮੁਖਾਂ ਰੂਪ ਸਖੀਆਂ ਸਦਾ ਹੀ ਪ੍ਰਮਾਤਮਾ ਦੇ ਨਾਲ ਰਹਿੰਦੀਆਂ ਹਨ। ਜੀਵਨ ਕਾਲ ਦੌਰਾਨ ਚਿੱਤ ਬਿਰਤੀ ਕਰਕੇ ਪ੍ਰਮਾਤਮਾ ਦੇ ਨਾਲ ਰਹਿੰਦੀਆਂ ਹਨ। ਆਪਣੇ ਚਿੱਤ ਬਿਰਤੀ ਨੂੰ ਵਾਹਿਗੁਰੂ ਦੇ ਸਰੂਪ ਦੇ ਵਿੱਚ ਜੋੜ ਕੇ ਰੱਖਦੀਆਂ ਹਨ। ਵਿੱਚ ਹੋ ਆਪ ਗਵਾਏ, ਕਿਉਂਕਿ ਤਿਨਾਂ ਨੇ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਗਵਾ ਦਿੱਤਾ ਹੈ। ਅੰਤਸ਼ਕਰਨ ਵਿੱਚੋਂ ਉਹਨਾਂ ਨੇ ਆਪਣੱਦ ਦੀ ਹੋਂਦ ਹੀ ਮਿਟਾ ਦਿੱਤੀ ਹੈ। ਹੰਕਾਰ ਤੋਂ ਰਹਿਤ ਹੋ ਗਏ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦਾ ਹੀ ਵਾਹਿਗੁਰੂ ਦੇ ਸਰੂਪ ਨੂੰ ਆਨੰਦ ਨੂੰ ਮਾਣਦੇ ਹੈ। ਵਿੱਚੋਂ ਆਪ ਗਵਾਏ, ਜਿਨ੍ਹਾਂ ਨੇ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ ਹਿਰਦਿਓਂ ਮਿਟਾ ਦਿੱਤੀ ਹੈ। ਤਨ ਮਨ ਸੀਤਲ ਮੁਖ ਉਜਲੇ, ਤਿਨਾਂ ਵਡਭਾਗੇ ਪੁਰਖਾਂ ਦਾ ਤਨ ਵੀ ਮਨ ਵੀ ਉਜਲ ਹੋ ਗਿਆ ਹੈ। ਔਰ ਇਸ ਪ੍ਰਕਾਰ ਤਨ ਮਨ ਸੀਤਲ, ਤਿਨਾਂ ਦੇ ਹਿਰਦੇ ਕਰਕੇ, ਮਨ ਕਰਕੇ, ਤਨ ਕਰਕੇ ਸੀਤਲਤਾ ਪ੍ਰਾਪਤ ਹੋ ਗਈ ਹੈ। ਔਰ ਅੰਤਸ਼ਕਰਨ ਤੇ ਪ੍ਰਤੱਖ ਮੁਖ ਵੀ ਉਹਨਾਂ ਦਾ ਲੋਕ ਪਰਲੋਕ ਦੇ ਵਿੱਚ ਉਜਲ ਹੋ ਗਿਆ ਹੈ। ਪਿਰ ਕੈ ਭਾਏ ਪਿਆਰ, ਕਿਉਂਕਿ ਤਿਨਾਂ ਵਡਭਾਗੇ ਪੁਰਖਾਂ ਨੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਭੇਜ ਕੇ ਪ੍ਰਮਾਤਮਾ ਨੂੰ ਯਾਦ ਕੀਤਾ। ਮਨ ਕਰਕੇ ਵੀ, ਬਾਣੀ ਕਰਕੇ, ਸਰੀਰ ਕਰਕੇ ਵੀ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਬਣਾਇਆ। ਪਿਆਰ ਵਿੱਚ ਭੇਜ ਕੇ ਹਿਰਦੇ ਹੋ ਕੇ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕੀਤਾ ਹੈ। ਸੇਜ ਸੁਖਾਲੀ ਪਿਰ ਰਵੈ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਆ, ਤਿੰਨਾਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਦੇ ਹਿਰਦੇ ਰੂਪ ਜੋ ਸੇਜਾ ਸਦਾ ਹੀ ਸੁਖਾਂ ਵਾਲੀ ਹੈ। ਪਿਰ ਰਵੈ, ਜੇ ਤਿੰਨਾਂ ਨੇ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਦੇ ਹੈ, ਉਹ ਹਿਰਦਾ ਰੂਪ ਸੇਜ ਵੀ ਸਾਧ ਸੰਗਤ ਜੀ ਸੁਖਾਂ ਵਾਲੀ ਹੋ ਜਾਂਦੀ ਹੈ। ਜਿੱਥੇ ਪ੍ਰਮਾਤਮਾ ਸਾਖਸ਼ਾਤ ਹੋ ਕਰਕੇ ਦੀਦਾਰ ਬਖਸ਼ਿਸ਼ ਕਰ ਦਿੰਦਾ ਹੈ। ਹਉ ਮੈਂ ਤ੍ਰਿਸ਼ਨਾ ਮਾਰ, ਹੇ ਮਹਾਰਾਜ ਇਹ ਦਾਤ ਕਿਵੇਂ ਪ੍ਰਾਪਤ ਕੀਤੀ ਹੈ? ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਨੇ ਹਉ ਮੈਂ ਤੇ ਤ੍ਰਿਸ਼ਨਾ ਨੂੰ ਮਾਰ ਦਿੱਤਾ। ਸੰਸਾਰ ਦੇ ਕਿਸੇ ਵੀ ਪਦਾਰਥ ਦੀ ਭੁੱਖ ਨਹੀਂ ਸਤਾਵਦੀ, ਨਾ ਵਿਸ਼ੇ ਸੁੱਖਾਂ ਦੀ ਭੁੱਖ ਹੈ।
ਨਾ ਜੋ ਸਵਰਗ ਆਦਿਕਾਂ ਦੀ ਰਾਜ ਆਦਿਕ ਦੀ ਭੁੱਖ ਹੈ, ਨਾ ਰਾਜ ਭਾਗ ਦੀ ਕਿਸੇ ਪ੍ਰਕਾਰ ਦੀ ਅੰਦਰ ਤਮਾ ਹੈ। ਸੰਸਾਰ ਦੇ ਜਿੰਨੇ ਵੀ ਪਦਾਰਥਾਂ ਦੀਆਂ ਸੁੱਖਾਂ ਦੀਆਂ ਭੁੱਖਾਂ ਹਨ, ਸਭ ਗੁਰਮੁਖਾਂ ਨੇ ਮਾਰ ਦਿੱਤੀਆਂ, ਮਿਟਾ ਦਿੱਤੀਆਂ ਨੇ। ਫਿਰ ਮਹਾਰਾਜ ਕਹਿੰਦੇ ਨਾ ਸਰੀਰ ਦੀ ਹੰਗਤਾ ਹੈ, ਨਾ ਪਦਾਰਥਾਂ ਦੀ ਮਮਤਾ ਹੈ। ਹੰਕਾਰ ਤੇ ਤ੍ਰਿਸ਼ਨਾ ਇਹ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮਿਟਾ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਸੇਜ ਸੁਖਾਲੀ ਪਿਰ ਰਵੈ। ਤਿਨਾਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਨੇ, ਗੁਰਮੁਖ ਪਿਆਰੇ ਵਡਭਾਗੇ ਪੁਰਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਆਨੰਦ ਨੂੰ ਸਦਾ ਹੀ ਮਾਨਣਾ ਕੀਤਾ ਹੈ। ਉਹਨਾਂ ਦਾ ਹਿਰਦਾ ਸਦਾ ਹੀ ਸੁਖਾਲਾ ਹੋ ਗਿਆ ਹੈ, ਕਦੇ ਵੀ ਹਿਰਦਾ ਉਹਨਾਂ ਦਾ ਦੁਖੀ ਨਹੀਂ ਹੁੰਦਾ। ਕਰ ਕਿਰਪਾ ਘਰ ਆਇਆ। ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਤਿਨਾਂ ਦੇ ਹਿਰਦੇ ਰੂਪ ਘਰ ਵਿੱਚ ਅਕਾਲ ਪੁਰਖ ਪਰਮੇਸ਼ਰ ਆਪ ਆਇਆ, ਵਾਹਿਗੁਰੂ ਆਪ ਸਾਖਸ਼ਾਤ ਹੋ ਗਿਆ ਹੈ। ਗੁਰ ਕੈ ਹੇਤ ਅਪਾਰ। ਜਿਨ੍ਹਾਂ ਨੇ ਸਤਿਗੁਰੂ ਜੀ ਦਾ ਅਪਾਰ ਪਿਆਰ ਧਾਰਨ ਕੀਤਾ, ਹੇਤ ਹੁੰਦਾ ਪਿਆਰ, ਜਿਨ੍ਹਾਂ ਨੇ ਪ੍ਰੇਮ ਹਿਰਦੇ ਅੰਦਰ ਧਾਰਨ ਕੀਤਾ, ਅਪਾਰ ਡਾਢਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ ਹੈ, ਤਿਨਾਂ ਦੇ ਹਿਰਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਨੇ ਸਾਖਸ਼ਾਤ ਹੋ ਜਾਣਾ ਕੀਤਾ। ਸਾਧ ਸੰਗਤ ਜੀ, ਜੋ ਗੁਰਸਿੱਖ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਯਾਦ ਕਰਦੇ ਹਨ, ਭਾਵੇਂ ਜਿੰਨੇ ਮਰਜ਼ੀ ਸੈਂਕੜੇ ਔਰ ਹਜ਼ਾਰਾਂ ਲੱਖਾਂ ਕੋਹਾਂ ਦੀ ਭਾਵੇਂ ਵਾਟ ਤੇ ਹੋਣ, ਪਰ ਮਹਾਰਾਜ ਸਾਹਿਬ ਜੀ ਆਪ ਸਾਖਸ਼ਾਤ ਹੋ ਕਰਕੇ ਤਿਨਾਂ ਨੂੰ ਦੀਦਾਰ ਬਖਸ਼ਿਸ਼ ਕਰਦੇ ਹਨ। ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਮੀਰੀ ਪੀਰੀ ਦੇ ਮਾਲਕ ਦਾਤਾ ਸਤਿਗੁਰੂ ਜੀ ਹਜੂਰ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਮਾਤਾ ਭਾਗ ਭਰੀ ਜੀ ਯਾਦ ਕਰਦੇ ਨੇ। ਪਿਆਰ ਵਿੱਚ ਭਿੱਜ ਕਰਕੇ ਵਡੇਰੀ ਉਮਰ ਹੋ ਗਈ ਹੈ, ਸਰੀਰ ਰੂਪੀ ਰੁਖੜਾ ਸਾਧ ਸੰਗਤ ਜੀ ਉਖੜ ਨਹੀਂ ਵਾਲਾ, ਇਉਂ ਸਮੁੰਦਰ ਦੇ ਕਿਨਾਰੇ ਦੇ ਉੱਪਰ ਹੈ। ਇੱਕ ਇੱਕ ਸਵਾਸ ਗਿਣਦਿਆਂ ਲੰਘ ਰਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਮੈਨੂੰ ਆ ਕਰਕੇ ਦਰਸ਼ਨ ਬਖਸ਼ਣਗੇ। ਗੁਰਸਿੱਖਾਂ ਤੋਂ ਉਪਦੇਸ਼ ਸਰਵਣ ਕੀਤਾ ਸੀ ਕਿ ਸਤਿਗੁਰੂ ਜੀ ਨੂੰ ਪਿਆਰ ਦੇ ਨਾਲ ਕੋਈ ਯਾਦ ਕਰੇ ਤੇ ਮਹਾਰਾਜ ਸਾਹਿਬ ਜੀ ਆਪ ਆ ਕਰਕੇ ਦੀਦਾਰ ਬਖਸ਼ਿਸ਼ ਕਰਦੇ ਹੈ। ਤੇ ਅੰਦਰ ਤਮੰਨਾ ਸੀ, ਭਾਵਨਾ ਸੀ ਕਿ ਸਤਿਗੁਰੂ ਜੀ ਦੇ ਦਰਸ਼ਨ ਮੈਨੂੰ ਵੀ ਪ੍ਰਾਪਤ ਹੋਣਗੇ। ਕਿੱਥੇ ਕਸ਼ਮੀਰ ਦਾ ਇਲਾਕਾ, ਕਿੱਥੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਹੈ। ਫਿਰ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੂੰ ਹਰ ਰੋਜ਼ ਬੜੇ ਪਿਆਰ ਦੇ ਨਾਲ ਯਾਦ ਕਰਨਾ, ਤੇ ਕਈ ਵਾਰ ਉਹਦੇ ਪੁੱਤਰ ਨੇ ਤੇ ਗਵਾਂਢੀਆਂ ਨੇ ਕਹਿਣਾ ਕਿ ਇਹ ਮਾਤਾ ਭਾਗ ਭਰੀ, ਤੂੰ ਕਿਹਨਾਂ ਨੂੰ ਯਾਦ ਕਰਦੀ ਆ? ਉਹ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਬਾਦਸ਼ਾਹਾਂ ਕੇ ਬਾਦਸ਼ਾਹ ਸਤਿਗੁਰੂ ਜੀ ਹੈ। ਉਹਨਾਂ ਦੇ ਕੋਲ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ, ਬਾਦਸ਼ਾਹ, ਚੱਕਰਵਰਤੀ ਬਾਦਸ਼ਾਹ ਆ ਕੇ ਸੀਸ ਝੁਕਾਉਂਦੇ ਹੈ, ਵੱਡੇ ਵੱਡੇ ਉਪਹਾਰ ਭੇਟਾਵਾਂ ਲਿਆ ਕਰਕੇ ਅਰਪਣ ਕਰਦੇ ਨੇ। ਤੇ ਤੂੰ ਗਰੀਬੜੀ ਜੀ ਇੱਥੇ ਕਸ਼ਮੀਰ ਦੇ ਇਲਾਕੇ ਨੇ ਦੂਰੀ ਤੇ ਯਾਦ ਕਰ ਰਹੀ, ਤੈਨੂੰ ਕਿੱਥੋਂ ਆ ਕੇ ਉਹਨਾਂ ਨੇ ਦਰਸ਼ਨ ਦੇਣੇ ਹੈ? ਉਹ ਤਾਂ ਵੱਡਿਆਂ ਨੂੰ ਦਰਸ਼ਨ ਦਿੰਦੇ ਹਨ। ਕਈ ਵਾਰ ਗਵਾਂਢੀਆਂ ਨੇ ਇੱਦਾਂ ਦੇ ਬੋਲ ਬੋਲਣੇ, ਪਰ ਜੋ ਸੰਗਤ ਦੇ ਵਿੱਚ ਉਪਦੇਸ਼ ਸਰਵਣ ਕੀਤਾ ਸੀ ਨਾ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ 6ਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ। ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਜਿੱਥੇ ਵੀ ਕੋਈ ਯਾਦ ਕਰਦਾ ਹੈ, ਮਹਾਰਾਜ ਜ਼ਰੂਰ ਉਹਨਾਂ ਨੂੰ ਉਪਦੇਸ਼ ਸਤਿਗੁਰੂ ਜੀ ਦੀਦਾਰ ਦੇ ਕਰਕੇ ਨਿਹਾਲ ਕਰ ਦਿੰਦੇ ਹਨ। ਤੇ ਸਾਧ ਸੰਗਤ ਜੀ, ਇਹੋ ਹੀ ਹੋਇਆ, ਪਿਆਰ ਦੇ ਵਿੱਚ ਭਿੱਜ ਕਰਕੇ ਮਾਤਾ ਭਾਗ ਭਰੀ ਯਾਦ ਕਰਦੇ ਨੇ। ਤੇ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਕਸ਼ਮੀਰ ਦੇ ਇਲਾਕੇ ਵਿੱਚ ਜਾ ਕੇ ਦੀਦਾਰ ਬਖਸ਼ਿਸ਼ ਕਰਦੇ ਹੈ। ਤੇ ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਰੱਖਿਆ। ਜੋ ਸਾਧ ਸੰਗਤ ਜੀ ਸੂਤਰ ਦਾ ਥਾਨ ਬਣਾਇਆ ਸੀ ਨਾ, ਕੱਪੜਾ ਤਿਆਰ ਕੀਤਾ ਸੀ ਹੱਥੀਂ, ਬੜੇ ਪਿਆਰ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਉਹ ਅਰਪਣ ਕਰ ਦਿੱਤਾ ਹੈ। ਤੇ ਹਜੂਰ ਦੇ ਚਰਨਾਂ ਤੇ ਸੀਸ ਰੱਖ ਕਰਕੇ ਉੱਥੇ ਹੀ ਪ੍ਰਾਣ ਜਿਹੜੇ ਸੀ ਤਿਆਗ ਦਿੱਤੇ ਸਨ, ਸਰੀਰ ਸ਼ਾਂਤ ਕਰ ਲਿਆ ਸੀ। ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥੀਂ ਉਸ ਮਾਤਾ ਭਾਗ ਭਰੀ ਦਾ ਸੰਸਕਾਰ ਕੀਤਾ ਸੀ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਕਰ ਕਿਰਪਾ ਘਰ ਆਇਆ, ਗੁਰ ਕੈ ਹੇਤ ਅਪਾਰ। ਜਿਹੜਾ ਡਾਢਾ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦਾ, ਪਰਮੇਸ਼ਰ ਆਪ ਉਹਦੇ ਹਿਰਦੇ ਘਰ ਵਿੱਚ ਜਾ ਕੇ ਦੀਦਾਰ ਬਖਸ਼ਦਾ ਹੈ। ਪਰਮਾਤਮਾ ਆਪ ਆ ਕਰਕੇ ਉਹਨਾਂ ਨੂੰ ਦਰਸ਼ਨ ਦਿੰਦਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਇਹ ਪਰਮਾਤਮਾ ਹਿਰਦੇ ਦਾ ਪਿਆਰ ਦੇਖ ਕਰਕੇ ਆਉਂਦਾ ਹੈ, ਅੰਦਰ ਦੀ ਭਾਵਨਾ ਤਮੰਨਾ ਦੇਖ ਕਰਕੇ ਆਉਂਦਾ ਹੈ।
ਜਿਵੇਂ ਹਜੂਰ ਦੇ ਮੁਖ ਵਾਕ ਹਨ, ਰਾਜਨ ਕੌਣ ਤੁਮਾਰੈ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਸਾਧ ਸੰਗਤ ਜੀ, ਦੁਰਯੋਧਨ ਦੇ ਮਨ ਵਿੱਚ ਹੰਕਾਰ ਸੀ। ਕ੍ਰਿਸ਼ਨ ਭਗਵਾਨ ਜੀ ਆਪ ਚੱਲ ਕਰਕੇ ਬਿਦਰ ਦੇ ਘਰ ਆਏ, ਭਾਵੇਂ ਗਰੀਬ ਸੀਗਾ ਪਰ ਹਿਰਦੇ ਅੰਦਰ ਸੱਚਾ ਪਿਆਰ ਸੀ। ਤੇ ਫਿਰ ਕਹਿਣ ਲੱਗੇ, ਮਹਾਰਾਜ ਥੋੜੀ ਨਿਰਾਸ਼ਤਾ ਦਰਸਾਈ, ਕਿਉਂਕਿ ਮਨ ਵਿੱਚ ਹੰਕਾਰ ਸੀ ਕਿ ਮੇਰੇ ਕੋਲ ਮਹਿਲ ਮਾੜੀਆਂ, ਕਿੰਨੇ ਕਿੰਨੇ ਹਾਥੀ ਘੋੜਿਆਂ ਦੇ ਤਬੇਲੇ ਆ, ਕਿੰਨੀ ਸ਼ਾਹੀ ਫੌਜਾਂ ਨੇ। ਤੇ ਹੰਕਾਰ ਦੇਖ ਕਰਕੇ ਗਰੀਬ ਬਿਦਰ ਦੇ ਘਰ ਰਾਤ ਗੁਜ਼ਾਰੀ ਸੀ ਕ੍ਰਿਸ਼ਨ ਭਗਵਾਨ ਜੀ ਨੇ। ਕਹਿਣ ਲੱਗੇ ਕਿ ਤੁਮਰੋ ਦੂਤ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਸੁਆਮੀ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਪਰਮਾਤਮਾ ਜਾਤ ਪਾਤ ਨਹੀਂ ਦੇਖਦਾ, ਨਾ ਸਾਧ ਸੰਗਤ ਜੀ ਸੰਸਾਰ ਦੇ ਧਨ ਪਦਾਰਥ ਦੇਖਦਾ, ਕੇਵਲ ਹਿਰਦੇ ਦਾ ਪਿਆਰ ਦੇਖਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਸੱਚਾ ਤੇ ਡਾਢਾ ਪਿਆਰ ਹਿਰਦੇ ਅੰਦਰ ਧਾਰਨ ਕੀਤਾ, ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕੀਤਾ, ਕਰ ਕਿਰਪਾ ਕਰ ਆਇਆ। ਪਰਮੇਸ਼ਰ ਨੇ ਆਪ ਹੀ ਕਿਰਪਾ ਕੀਤੀ ਹੈ, ਐਸੀ ਕੋ ਵਿਧ ਬਣਾਈ ਹੈ। ਵਾਹਿਗੁਰੂ ਨੇ ਆਪ ਹੀ ਹਿਰਦੇ ਘਰ ਵਿੱਚ ਆ ਕੇ ਦੀਦਾਰ ਬਖਸ਼ਿਸ਼ ਕੀਤੇ ਹਨ। ਬਾਰ ਪਾਇਆ ਸੁਹਾਗਣੀ, ਐਸੀ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਨੇ ਵਰ ਪਰਮੇਸ਼ਰ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਿਆ ਹੈ। ਕੇਵਲ ਏਕ ਮੁਰਾਰ, ਕੇਵਲ ਜਿਹੜਾ ਇੱਕ ਮੁਰਾਰੀ ਮੁਰ ਵਿਸ਼ੇ ਵਿਕਾਰਾਂ ਰੂਪੀ ਦੈਂਤਾਂ ਦਾ ਅਰੀ ਜੋ ਵੈਰੀ ਹੈ, ਜਿਸ ਨੂੰ ਮੁਰਾਰੀ ਅਕਾਲ ਪੁਰਖ ਪਰਮੇਸ਼ਰ ਨੂੰ ਕਿਹਾ ਜਾਂਦਾ ਹੈ, ਉਸ ਕੇਵਲ ਇੱਕ ਪ੍ਰਮਾਤਮਾ ਸੱਚੇ ਪਰਮੇਸ਼ਰ ਦੇ ਵਰ ਨੂੰ ਪ੍ਰਾਪਤ ਕੀਤਾ ਹੈ। ਸਭੇ ਗੁਨਾਹ ਬਖਸਾਏ ਲਏ ਓਨ। ਹਜੂਰ ਕਹਿੰਦੇ, ਐਸੇ ਗੁਰਮੁਖਾਂ ਰੂਪ ਸਖੀਆਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਗੁਨਾਹ ਬਖਸ਼ਾ ਲਏ ਹੈ ਪਰਮੇਸ਼ਰ ਦਾ ਸਿਮਰਨ ਕਰ ਕਰਕੇ। ਕਿਉਂਕਿ ਜ਼ਿੰਦਗੀ ਦੇ ਅੰਦਰ ਮਨੁੱਖ ਕਿਸੇ ਨਾ ਕਿਸੇ ਮੋੜ ਤੇ ਕੋਈ ਨਾ ਕੋਈ ਜ਼ਰੂਰ ਗਲਤੀ ਕਰਦਾ ਹੀ ਕਰਦਾ ਹੈ। ਇੱਕ ਪਰਮੇਸ਼ਰ ਹੈ ਜੋ ਕਦੇ ਭੁੱਲਦਾ ਨਹੀਂ। ਕਲਯੁਗੀ ਜੀਵ ਹੋਣੇ ਕਰਕੇ ਬਾਰ-ਬਾਰ ਅਸੀਂ ਭੁੱਲਾਂ ਕਰਦੇ ਹਾਂ, ਬਾਰ-ਬਾਰ ਗਲਤੀਆਂ ਕਰਦੇ ਹਾਂ, ਗੁਨਾਹ ਕਰਦੇ ਹਾਂ। ਪਰ ਮਹਾਰਾਜ ਕਹਿੰਦੇ, ਜੋ ਪ੍ਰਮਾਤਮਾ ਦਾ ਨਾਮ ਜਪ ਲੈਂਦੇ ਆ, ਵਾਹਿਗੁਰੂ ਦਾ ਸਿਮਰਨ ਕਰ ਲੈਂਦੇ ਆ, ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਦੇ ਹਨ, ਉਹ ਆਪਣੇ ਗੁਨਾਹ ਬਖਸ਼ਾ ਲੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਗੁਨਾਹ ਬਖਸ਼ ਦਿੰਦੇ ਹਨ। ਕੀਤੀਆਂ ਹੋਈਆਂ ਭੁੱਲਾਂ, ਜ਼ਿੰਦਗੀ ਦੀਆਂ ਗਲਤੀਆਂ ਸਤਿਗੁਰੂ ਜੀ ਮੁਆਫ ਕਰ ਦਿੰਦੇ ਆ। ਜੇ ਅਗਾਹ ਵਾਸਤੇ ਤੋਬਾ ਕਰੇ ਕਿ ਮਹਾਰਾਜ ਮੈਂ ਅੱਗੇ ਤੋਂ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਾਂਗਾ, ਅਗਾਹ ਵਾਸਤੇ ਕਦਾਚਿਤ ਵੀ ਕੋਈ ਜ਼ਿੰਦਗੀ ਵਿੱਚ ਗਲਤੀ ਕੋਈ ਭੁੱਲ ਨਹੀਂ ਕਰਾਂਗਾ, ਮਹਾਰਾਜ ਕਿਰਪਾ ਕਰੋ, ਪਿਛਲੇ ਅਵਗੁਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਗਰੀਬ ਨਵਾਜ ਸਤਿਗੁਰੂ ਜੀ ਜੀਵ ਦੇ ਗੁਨਾਹਾਂ ਨੂੰ ਬਖਸ਼ ਕਰਕੇ ਅਗਾਹ ਵਾਸਤੇ ਸਿੱਧੇ ਰਸਤੇ ਤੇ ਪਾ ਦਿੰਦੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਰਦ ਹੈ। ਸਭੇ ਗੁਨਾਹ ਬਖਸਾਏ ਲਏ ਓਨ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਗੁਨਾਹਗਾਰਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ, ਭਾਵੇਂ ਜ਼ਿੰਦਗੀ ਵਿੱਚ ਵੱਡੇ ਵੱਡੇ ਪਾਪ ਕਰਮ ਵੀ ਕੀਤੇ ਹੈ, ਪਰ ਜੇ ਥੱਕ ਹਾਰ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਨਾ, ਫਿਰ ਵੀ ਮਹਾਰਾਜ ਕਹਿੰਦੇ ਸਾਰੇ ਗੁਨਾਹ ਪਰਮੇਸ਼ਰ ਨੇ ਬਖਸ਼ ਲਏ ਹੈ। ਪਰਮਾਤਮਾ ਨੇ ਕੀਤੇ ਹੋ ਪਾਪ ਕਰਮ ਕੀਤੇ ਹੋ, ਉਹਨਾਂ ਦੀਆਂ ਗਲਤੀਆਂ ਭੁੱਲਾਂ ਮੁਆਫ ਕਰ ਦਿੱਤੀਆਂ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਹੈ। ਮੇਲੇ ਮੇਲਣਹਾਰ, ਮੇਲਣਹਾਰੇ ਪਰਮਾਤਮਾ ਨੇ ਫਿਰ ਆਪ ਹੀ ਤਿੰਨਾਂ ਨੂੰ ਮਿਲਾ ਲਿਆ ਕਿ ਇਹਨਾਂ ਨੇ ਹੁਣ ਨਿਮਰਤਾ ਧਾਰਨ ਕਰ ਲਈ ਹੈ। ਇਸ ਜੀਵ ਨੇ ਅੱਗੇ ਤੋਂ ਤੋਬਾ ਕਰ ਲਈ ਹੈ, ਪਰ ਸਤਿਗੁਰੂ ਜੀ ਦੇ ਹਜ਼ੂਰ ਆ ਕੇ ਵੀ ਜੇਕਰ ਸਾਧ ਸੰਗਤ ਜੀ ਆਪਣੀਆਂ ਗਲਤੀਆਂ ਭੁੱਲਾਂ ਨੂੰ ਛੁਪਾ ਕਰਕੇ ਰੱਖਦਾ, ਫਿਰ ਤਾਂ ਧਰਮ ਰਾਜੇ ਦੇ ਕੋਲ ਜਾ ਕਰਕੇ ਮਹਾਰਾਜ ਕਹਿੰਦੇ ਲੇਖਾ ਦੇਣਾ ਹੀ ਪੈਂਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਇਹ ਜੀਵ, ਸੰਸਾਰ ਦੇ ਅੰਦਰ ਤਾਂ ਤੂੰ ਆਪਣੇ ਗੁਨਾਹਾਂ ਨੂੰ ਛੁਪਾ ਕਰਕੇ ਰੱਖ ਲਿਆ, ਪਰ ਅੱਗੇ ਪਰਮਾਤਮਾ ਦੇ ਘਰ ਵਿੱਚ ਜਾ ਕੇ ਕਿੱਥੇ ਛੁਪਾਵੇਂਗਾ? ਉੱਥੇ ਜਾ ਕਰਕੇ ਤੈਨੂੰ ਲੇਖਾ ਦੇਣਾ ਜ਼ਰੂਰ ਪਵੇਗਾ। ਅੱਗੇ ਜਾ ਕਰਕੇ ਤੇਰੇ ਕੀਤੇ ਹੋਏ ਗੁਨਾਹ ਜ਼ਾਹਰ ਹੋ ਜਾਣੇ ਆ। ਸੰਸਾਰ ਦੇ ਅੰਦਰ ਭਾਵੇਂ ਤੂੰ ਪਰਦਾ ਪਾ ਲਵੇ ਕਿ ਮੈਂ ਗੁਨਾਹ ਨਹੀਂ ਕੀਤਾ, ਇਹ ਪਾਪ ਕਰਮ ਨਹੀਂ ਕੀਤਾ, ਮੈਂ ਝੂਠ ਨਹੀਂ ਬੋਲਿਆ, ਪਰ ਪਰਮਾਤਮਾ ਦੇ ਘਰ ਵਿੱਚ ਜਾ ਕਰਕੇ ਜ਼ਾਹਰ ਹੋ ਜਾਣੇ ਹੈ।
ਕਬੀਰ ਜੇਤੇ ਪਾਪ ਕੀਏ, ਰਾਖੇ ਤਲੈ ਦੁਰਾਏ। ਪ੍ਰਗਟ ਭਏ ਨਿਦਾਨ ਸਭ, ਜਬ ਪੁੱਛੈ ਧਰਮ ਰਾਏ। ਫਿਰ ਤਾਂ ਮਹਾਰਾਜ ਕਹਿੰਦੇ ਜ਼ਾਹਰ ਹੋ ਹੀ ਜਾਣੇ ਹਨ। ਇਸ ਕਰਕੇ ਪਾਤਸ਼ਾਹ ਕਹਿੰਦੇ ਸਭੇ ਗੁਨਾਹ ਬਖਸ਼ਾਏ ਲਇਓਨ। ਹੇ ਜੀਵ, ਸਾਰੇ ਕੀਤੇ ਹੋ ਆਪਣੇ ਗੁਨਾਹ, ਕੀਤੇ ਹੋਏ ਅਪਰਾਧ, ਕੀਤੇ ਹੋ ਪਾਪ ਕਰਮ ਬਖਸ਼ਾ ਲੈ ਨਾ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਕੇ, ਅਗਾਹ ਵਾਸਤੇ ਤੋਬਾ ਕਰਕੇ, ਤੇ ਮਿਲਣ ਵਾਲਾ ਪ੍ਰਮਾਤਮਾ ਆਪ ਹੀ ਤੈਨੂੰ ਆਪਣੇ ਸਰੂਪ ਦੇ ਵਿੱਚ ਮਿਲਾ ਲਵੇਗਾ। ਨਾਨਕ ਆਖਣ ਆਖੀਐ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਹੇ ਜੀਵ, ਆਖਣ ਵਾਲਾ ਹੋ ਕੇ ਪ੍ਰਮਾਤਮਾ ਨੂੰ ਆਖਣਾ ਕਰ, ਕਥਨਹਾਰ ਹੋ ਕਰਕੇ ਪ੍ਰਮਾਤਮਾ ਨੂੰ ਕਥਨ ਕਰ, ਗੁਣ ਗਾਉਣ ਵਾਲਾ ਭਗਤਾ ਬਣ ਕਰਕੇ ਪ੍ਰਮਾਤਮਾ ਦੇ ਗੁਣਾਂ ਨੂੰ ਕਥਨ ਕਰਿਆ ਕਰ, ਵਾਹਿਗੁਰੂ ਦੇ ਗੁਣ ਉਚਾਰਨ ਕਰਿਆ ਕਰ। ਜੇ ਸੁਣ ਧਰੇ ਪਿਆਰ, ਜਿਨ੍ਹਾਂ ਨੂੰ ਸੁਣ ਕੇ ਪ੍ਰਮਾਤਮਾ ਤੇਰੇ ਨਾਲ ਪਿਆਰ ਕਰੇਗਾ, ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਪਸੀਦ ਜਾਵੇਗਾ, ਪ੍ਰਮਾਤਮਾ ਤੇਰੇ ਤੇ ਪ੍ਰਸੰਨ ਹੋ ਜਾਵੇਗਾ। ਜੇ ਸੁਣ ਧਰੇ ਪਿਆਰ ਅਥਵਾ ਪ੍ਰੀਤ ਰੂਪ ਰਸਨਾ ਦੇ ਨਾਲ ਇਉਂ ਪ੍ਰਮਾਤਮਾ ਦੇ ਗੁਣ ਗਾਇਆ ਕਰ ਕਿ ਜਿਨ੍ਹਾਂ ਨੂੰ ਸੁਣ ਕਰਕੇ ਹਰ ਕੋਈ ਤੇਰੇ ਨਾਲ ਪਿਆਰ ਕਰੇ, ਹਰ ਕੋਈ ਤੇਰੇ ਨਾਲ ਪ੍ਰੀਤ ਪਾ ਲਵੇ, ਹਰ ਕੋਈ ਤੇਰੇ ਨਾਲ ਡਾਢਾ ਪਿਆਰ ਕਰੇਗਾ। ਜੇ ਮਹਾਰਾਜ ਕਹਿੰਦੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰੇਗਾ। ਜਿਨ੍ਹਾਂ ਦੇ ਨਾਲ ਵਾਹਿਗੁਰੂ ਪਿਆਰ ਕਰਦਾ, ਉਹਨਾਂ ਦੇ ਨਾਲ ਹਰ ਕੋਈ ਪਿਆਰ ਕਰਦਾ। ਹਰ ਇੱਕ ਜੀਵ ਉਹਨਾਂ ਦੇ ਨਾਲ ਸਾਧ ਸੰਗਤ ਜੀ ਆਪਣਿਆਂ ਦੀ ਤਰ੍ਹਾਂ ਮਿੱਤਰਤਾਈ ਦੇ ਵਾਂਗ ਨਿਭਣਾ ਕਰਦਾ। ਦੁਸ਼ਮਣ ਵੀ ਉਹਨਾਂ ਦੇ ਮਿੱਤਰ ਬਣ ਜਾਂਦੇ ਨੇ, ਜਿਨ੍ਹਾਂ ਦੇ ਵੱਲ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੋ ਜਾਂਦਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝੱਕ ਚੱਕ ਆਵੈ ਜਾਵੈ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ, ਹੇ ਜੀਵ, ਆਖਣ ਵਾਲਾ ਹੋ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਆਖਿਆ ਕਰ, ਉਚਾਰਨ ਕਰਿਆ ਕਰ। ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦੇ ਗੁਣ ਉਚਾਰਨ ਕਰਿਆ ਕਰ। ਜੇ ਸੁਣ ਧਰੇ ਪਿਆਰ, ਜਿਨ੍ਹਾਂ ਨੂੰ ਸੁਣ ਕਰਕੇ ਪ੍ਰਮਾਤਮਾ ਤੇਰੇ ਨਾਲ ਪਿਆਰ ਕਰੇਗਾ, ਤੇਰੇ ਹਿਰਦੇ ਅੰਦਰ ਪ੍ਰਮਾਤਮਾ ਬਖਸ਼ਿਸ਼ ਕਰ ਦੇਵੇਗਾ। ਆਸਾ ਮਹੱਲਾ ਤੀਜਾ। ਸਤਿਗੁਰ ਤੇ ਗੁਣ ਉਪਜੈ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹਜੂਰ ਕਹਿੰਦੇ ਨੇ, ਪ੍ਰਮਾਤਮਾ ਜਿਨ੍ਹਾਂ ਤੇ ਜੀਵਾਂ ਤੇ ਕਿਰਪਾ ਕਰ ਦਿੰਦਾ, ਪੂਰਬਲੇ ਜਿਨ੍ਹਾਂ ਦੇ ਭਾਗ ਜਾਗਦੇ ਨੇ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਦਾ ਹੈ। ਤੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਜੀਵ ਦੇ ਹਿਰਦੇ ਅੰਦਰ ਸ਼ੁਭ ਗੁਣ ਪੈਦਾ ਹੁੰਦੇ ਹਨ, ਸ਼ੁਭ ਗੁਣਾਂ ਦੀ ਉਤਪਤੀ ਹੁੰਦੀ ਹੈ। ਜੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਹਨ, ਸਤਿਗੁਰ ਦੇ ਗੁਣ ਉਪਜੈ। ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ ਇਤਿਆਦਿਕ ਜੋ ਸ਼ੁਭ ਗੁਣ ਹਨ, ਇਹ ਪੂਰੇ ਸਤਿਗੁਰਾਂ ਦੁਆਰਾ ਹੀ ਪੈਦਾ ਹੁੰਦੇ ਨੇ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੀਵ ਦੇ ਹਿਰਦੇ ਵਿੱਚ ਉਤਪੰਨ ਹੁੰਦੇ ਹਨ। ਜਾ ਪ੍ਰਭ ਮਿਲੈ ਸੋਏ। ਜਾਂ ਜਦੋਂ ਪਰਮਾਤਮਾ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਮਿਲਦਾ ਹੈ, ਉਦੋਂ ਜੀਵ ਦੇ ਹਿਰਦੇ ਅੰਦਰ ਸ਼ੁਭ ਗੁਣ ਪੈਦਾ ਹੁੰਦੇ ਹਨ। ਨਹੀਂ ਤੇ ਔਗੁਣਾਂ ਨੂੰ ਹਰ ਸਮੇਂ ਧਾਰਨ ਕਰਦਾ ਰਹਿੰਦਾ, ਨਹੀਂ ਤਾਂ ਜ਼ਿੰਦਗੀ ਭਰ ਔਗੁਣਾਂ ਨੂੰ ਚਿਤਾਰਦਾ ਕਿ ਫਲਾਣੇ ਮਨੁੱਖ ਦੇ ਵਿੱਚ ਇੰਨੇ ਔਗਣ ਹਨ, ਇੰਨੇ ਦੋਸ਼ ਹੈ, ਇਹ ਵੀ ਔਗਣ ਹੈ, ਇਹ ਵੀ ਔਗਣ ਹੈ। ਦੂਜਿਆਂ ਦੇ ਦੋਸ਼ ਤੇ ਔਗਣ ਦੇਖਦਾ ਰਹਿੰਦਾ, ਆਪਣੇ ਔਗਣ ਅੰਦਰ ਕਦੇ ਵੀ ਨਹੀਂ ਝਾਤ ਮਾਰਦਾ ਕਿ ਮੈਂ ਕਿੰਨਾ ਵੱਡਾ ਗੁਨਾਹਗਾਰ ਹਾਂ, ਮੈਂ ਕਿੰਨਾ ਵੱਡਾ ਔਗਣਹਾਰਾ ਹਾਂ। ਮੇਰੇ ਅੰਦਰ ਇੰਨੇ ਜ਼ਿਆਦਾ ਔਗਣ ਹਨ ਕਿ ਗਿਣੇ ਨਹੀਂ ਜਾ ਸਕਦੇ। ਪਰ ਮਹਾਰਾਜ ਕਹਿੰਦੇ ਤਾਂ ਹੀ ਆਪਣੇ ਅੰਦਰ ਝਾਤ ਮਾਰਦਾ ਜੇ ਸਤਿਗੁਰੂ ਜੀ ਦਾ ਉਪਦੇਸ਼ ਸੁਣਦਾ ਹੈ। ਗਰੀਬ ਨਵਾਜ ਸਤਿਗੁਰਾਂ ਦੀ ਬਖਸ਼ਿਸ਼ ਕਰਕੇ ਮਹਾਰਾਜ ਕਹਿੰਦੇ ਸ਼ੁਭ ਗੁਣ ਹਿਰਦੇ ਵਿੱਚ ਪੈਦਾ ਹੁੰਦੇ ਆ, ਨਹੀਂ ਤਾਂ ਔਗੁਣਾਂ ਨੂੰ ਹਰ ਸਮੇਂ ਧਾਰਨ ਕਰਦਾ ਰਹਿੰਦਾ। ਤੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਬਚਨ ਹੈ, ਜਿਨ੍ਹਾਂ ਕੋ ਕਿਸੇ ਦੀ ਜ਼ਿਆਦਾ ਔਗਣ ਚਿਤਾਰਦਾ ਨਾ, ਉਹਨੇ ਉਸ ਜੀਵ ਦੇ ਅੰਦਰ ਦੂਜਿਆਂ ਦੇ ਔਗਣ ਆਈ ਜਾਂਦੇ ਹੈ, ਔਗਣ ਘਰ ਕਰੀ ਜਾਂਦੇ ਹਨ। ਤੇ ਜਿੰਨੇ ਸ਼ੁਭ ਗੁਣ ਦੇਖਦਾ, ਔਗਣ ਹਾਰਿਆਂ ਦੇ ਅੰਦਰ ਵੀ ਕੋਈ ਨਾ ਕੋਈ ਗੁਣ ਹੁੰਦਾ ਹੀ ਹੈ। ਜਿੰਨਾ ਮਰਜੀ ਬੰਦਾ ਔਗਣ ਵਾਲਾ ਹੋਵੇ ਨਾ, ਔਗਣਾਂ ਦੇ ਨਾਲ ਭਰਿਆ ਹੋਵੇ, ਕੋਈ ਨਾ ਕੋਈ ਰੱਬ ਨੇ ਉਹਦੇ ਵਿੱਚ ਵੀ ਗੁਣ ਪਾਇਆ ਹੁੰਦਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਸਾਝ ਕੀਜੈ ਗੁਣ ਹਕੇਰੀ, ਛੋੜ ਅਵਗੁਣ ਚੱਲੀ ਹੈ। ਹੇ ਜੀਵ, ਤੂੰ ਗੁਣਾਂ ਦੇ ਨਾਲ ਸਾਂਝ ਬਣਾਇਆ ਕਰ, ਔਗੁਣਾਂ ਨੂੰ ਛੱਡ ਦੇ, ਔਗੁਣਾਂ ਨੂੰ ਨਾ ਚਿਤਾਰ।
ਤੂੰ ਕੇਵਲ ਸ਼ੁਭ ਗੁਣਾਂ ਨੂੰ ਯਾਦ ਕਰ। ਭਾਵੇਂ ਤੇਰਾ ਦੁਸ਼ਮਣ ਵੀ ਹੈ ਤਾਂ ਵੀ ਉਹਦਾ ਕੋਈ ਨਾ ਕੋਈ ਗੁਣ ਹੀ ਯਾਦ ਕਰਿਆ ਕਰ। ਭਾਵੇਂ ਕੋਈ ਆਪਣਾ ਚਾਹੇ ਪਰਾਇਆ, ਪਰ ਗੁਣ ਚੇਤੇ ਕਰਿਆ ਕਰ। ਇਸ ਕਰਕੇ ਤੇਰੇ ਅੰਦਰ ਵੀ ਸ਼ੁਭ ਗੁਣ ਪੈਦਾ ਹੋਣਗੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰ ਤੇ ਗੁਣ ਉਪਜੈ ਜਾ ਪ੍ਰਭ ਮੇਲੈ ਸੋਏ। ਜੇ ਪ੍ਰਮਾਤਮਾ ਕਿਰਪਾ ਕਰਕੇ ਸਤਿਗੁਰੂ ਜੀ ਦੇ ਨਾਲ ਜੀਵ ਨੂੰ ਮੇਲ ਦਿੰਦਾ, ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਦੇ ਵਿੱਚ ਮੇਲ ਦਿੰਦਾ, ਤਾਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੀਵ ਦੇ ਹਿਰਦੇ ਅੰਦਰ ਸ਼ੁਭ ਗੁਣ ਪੈਦਾ ਹੁੰਦੇ ਹਨ। ਸਹਿਜ ਨਾਮ ਧਿਆਈਐ। ਹੇ ਜੀਵ, ਸੁਤੇ ਸਿੱਧ ਹੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਕਰ, ਸਹਿਜ ਸ਼ਾਂਤੀ ਪੂਰਵਕ ਹੋ ਕਰਕੇ, ਔਰ ਸਹਿਜ ਕਾਹਲਾਪਨ ਛੱਡ ਕੇ ਪ੍ਰਮਾਤਮਾ ਦਾ ਨਾਮ ਧਿਆਇਆ ਕਰ। ਗਿਆਨ ਪ੍ਰਗਟ ਹੋਏ। ਤਾਂ ਫਿਰ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਦਾ ਪ੍ਰਕਾਸ਼ ਤੇਰੇ ਅੰਦਰ ਪ੍ਰਗਟ ਹੋਵੇਗਾ। ਤਾਂ ਤੇਰੇ ਹਿਰਦੇ ਅੰਦਰ ਗਿਆਨ ਸਾਖਸ਼ਾਤ ਹੋਵੇਗਾ, ਗਿਆਨ ਦਾ ਪ੍ਰਕਾਸ਼ ਹੋਵੇਗਾ। ਜੇ ਸੁਭਾਵਕ ਹੀ ਸੁਤੇ ਸਿੱਧ ਹੀ ਪ੍ਰਮਾਤਮਾ ਦੇ ਨਾਮ ਨੂੰ ਉਚਾਰਨ ਕਰੇਗਾ, ਅਥਵਾ ਕਾਹਲਾਪਨ ਛੱਡ ਕੇ ਨਿਮਰਤਾਵਾਨ ਹੋ ਕੇ ਸ਼ਾਂਤ ਹੋ ਕੇ ਪ੍ਰਮਾਤਮਾ ਨੂੰ ਯਾਦ ਕਰੇ। ਜ਼ਿੰਦਗੀ ਅੰਦਰ ਕਾਹਲਾਪਨ ਛੱਡ ਕਰਕੇ ਇਹ ਨਹੀਂ ਕਿ ਥੋੜਾ ਕੁ ਸਮਾਂ ਗੁਰਬਾਣੀ ਪੜ੍ਹੀ ਤੇ ਕਿਹਾ ਕਿ ਮੇਰਾ ਤੇ ਮਨ ਹੀ ਨਹੀਂ ਖਲੋਂਦਾ। ਜਪਜੀ ਸਾਹਿਬ ਦਾ ਪਾਠ ਕਰਕੇ ਸਾਰਾ ਦਿਨ ਸੰਸਾਰ ਭਰ ਦੀਆਂ ਨਿੰਦੀਆਂ ਚੁਗਲੀਆਂ ਕਰੀ ਜਾਵੇ ਤੇ ਮਨ ਕਿੱਥੋਂ ਖਲੋਣਾ ਹੈ? ਮਨ ਤਾਂ ਹੀ ਖਲੋਵੇਗਾ ਨਾ ਜੇ ਜ਼ਿਆਦਾ ਸਮਾਂ ਗੁਰਬਾਣੀ ਵੱਲ ਲੱਗੇਗਾ, ਪਰਮਾਤਮਾ ਦੇ ਨਾਮ ਦੇ ਵੱਲ ਲੱਗੇਗਾ, ਸੇਵਾ ਸਿਮਰਨ ਦੇ ਵੱਲ ਲੱਗੇਗਾ। ਮਨ ਦਾ ਸੁਭਾਅ ਹੀ ਅਜਿਹਾ ਹੈ, ਜਿਸ ਪਾਸੇ ਢਾਲ ਦਿਓ ਉਦਾਂ ਦਾ ਹੀ ਇਹ ਮਨ ਬਣ ਜਾਂਦਾ ਹੈ। ਇਹ ਮਨ ਨੂੰ ਸਾਧ ਸੰਗਤ ਜੀ ਭਾਵੇਂ ਜੋ ਮਾੜੀ ਸੰਗਤ ਦੇ ਵੱਲ ਲਾ ਲਈਏ ਉਦਾਂ ਦਾ ਹੀ ਬਣ ਜਾਂਦਾ ਹੈ। ਬਹੁਤਾ ਸਮਾਂ ਮਨੁੱਖ ਜਿੱਦਾਂ ਦੀ ਸੰਗਤ ਕਰਦਾ ਉਦਾਂ ਦਾ ਰੰਗ ਚੜ੍ਹਦਾ ਹੈ, ਤੇ ਜੇ ਜ਼ਿਆਦਾ ਸਮਾਂ ਸਤਿਪੁਰਸ਼ਾਂ ਦੀ ਸੰਗਤ ਕਰੇ, ਨਾਮ ਜਪਣ ਵਾਲਿਆਂ ਦੀ ਸੰਗਤ ਕਰੇ, ਗੁਰਮੁਖ ਪਿਆਰਿਆਂ ਗੁਰਸਿੱਖਾਂ ਦੀ ਸੰਗਤ ਕਰੇ, ਕਿਉਂ ਨਹੀਂ ਨਾਮ ਜਪਣ ਦੇ ਵੱਲ, ਪਰਮੇਸ਼ਰ ਦੇ ਵੱਲ ਮਨ ਲੱਗੇਗਾ। ਜੇ ਸਾਧ ਸੰਗਤ ਜੀ ਜ਼ਿਆਦਾ ਸਮਾਂ ਗੁਰਬਾਣੀ ਵੱਲ ਮਨ ਲਾਵੇ, ਨਾਮ ਜਪਣ ਦੇ ਵੱਲ, ਸੇਵਾ ਸਿਮਰਨ ਦੇ ਵੱਲ, ਕਿਉਂ ਨਹੀਂ ਪਰਮਾਤਮਾ ਦੀ ਭਗਤੀ ਦਾ ਰੰਗ ਚੜ੍ਹੇਗਾ, ਜ਼ਰੂਰ ਬਰ ਜ਼ਰੂਰ ਚੜ੍ਹੇਗਾ। ਪਰ ਥੋੜਾ ਕੁ ਸਮਾਂ ਬਾਣੀ ਪੜ੍ਹ ਕੇ ਮੁੜ ਕੇ ਸਾਰਾ ਦਿਨ ਗੱਲਾਂ ਕੀਤੀਆਂ, ਨਿੰਦਿਆ ਚੁਗਲੀ ਕੀਤੀ, ਤੇ ਸਾਧ ਸੰਗਤ ਜੀ ਮਨ ਉੱਥੇ ਫਿਰ ਕਿਵੇਂ ਖਲੋਵੇਗਾ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੈ ਜੀਵ ਸਹਿਜੇ ਨਾਮ ਧਿਆਈਐ। ਸ਼ਾਂਤੀ ਪੂਰਵਕ ਹੋ ਕੇ ਮਨ ਦੇ ਅੰਦਰ ਮਹਾਰਾਜ ਕਹਿੰਦੇ ਸਬਰ ਸੰਤੋਖ ਰੱਖ ਕੇ ਰੱਬ ਨੂੰ ਯਾਦ ਕਰ, ਨਾਮ ਧਿਆ। ਗਿਆਨ ਪ੍ਰਗਟ ਹੋਏ ਤੇਰੇ ਹਿਰਦੇ ਅੰਦਰ, ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਗਿਆਨ ਸਰੂਪ ਪਰਮਾਤਮਾ ਆਪ ਹੀ ਪ੍ਰਗਟ ਹੋ ਜਾਣਾ। ਕਾਹਲਾਪਨ ਛੱਡ ਕੇ ਰੱਬ ਨੂੰ ਚੇਤੇ ਕਰਿਆ ਕਰ। ਏ ਮਨ ਮਤ ਜਾਣਹਿ ਹਰ ਦੂਰ ਹੈ। ਸਤਿਗੁਰੂ ਜੀ ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਉਪਦੇਸ਼ ਦੇ ਰਹੇ ਨੇ, ਹੇ ਮੇਰੇ ਪਿਆਰੇ ਮਨਾ, ਇਹ ਮਤਾਂ ਜਾਣ ਕੇ ਪ੍ਰਮਾਤਮਾ ਤੇਰੇ ਤੋਂ ਦੂਰ ਹੈ। ਇਹ ਤੇਰੇ ਮਨ ਜੀਵ ਤੇਰਾ ਭੁਲੇਖਾ ਹੈ ਕਿ ਪ੍ਰਮਾਤਮਾ ਮੇਰੇ ਤੋਂ ਬੜੀ ਦੂਰੀ ਤੇ ਵਸਦਾ, ਮੈਨੂੰ ਕੋਈ ਦੇਖਦਾ ਨਹੀਂ, ਮੈਨੂੰ ਕੋਈ ਸੁਣਦਾ ਨਹੀਂ ਹੈ, ਪਰਮਾਤਮਾ ਮੇਰੇ ਤੋਂ ਦੂਰ ਹੈ। ਇਹ ਮਨ ਮਤ ਜਾਣ ਹੈ ਹਰ ਦੂਰ ਹੈ। ਮਤਾਂ ਜਾਣ ਭੁੱਲ ਕੇ ਵੀ ਕਿਤੇ ਇਹ ਜਾਣਦਾ ਲਵੇਂ ਕਿ ਪਰਮੇਸ਼ਰ ਦੂਰ ਵਸਦਾ ਹੈ। ਸਦਾ ਵੇਖ ਹਦੂਰ। ਸਦਾ ਪਰਮਾਤਮਾ ਨੂੰ ਆਪਣੇ ਹਦੂਰ, ਹਾਜ਼ਰ ਨਾਜ਼ਰ, ਨੇੜੇ ਤੋਂ ਨੇੜੇ ਦੇਖਿਆ ਕਰ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਐਸਾ ਪਰਮਾਤਮਾ ਦਾ ਸਰੂਪ ਹੈ ਜੋ ਸਰਬ ਵਿਆਪਕ ਹੈ। ਸਾਧ ਸੁਣਦਾ ਸਦ ਵੇਖਦਾ। ਸਦਾ ਹੀ ਜੀਵ ਤੇਰੇ ਅੰਦਰ ਦੀਆਂ ਗੁਪਤ ਗੱਲਾਂ ਨੂੰ ਵੀ ਸੁਣਦਾ ਹੈ। ਸਦਾ ਹੀ ਤੇਰੇ ਸੰਸਾਰ ਦੇ ਅੰਦਰ ਕੀਤੇ ਹੋਏ ਚੰਗੇ ਮਾੜੇ ਕਰਮਾਂ ਨੂੰ, ਤੇਰੀਆਂ ਕਰਮ ਕਰਤੂਤਾਂ ਨੂੰ ਦੇਖਦਾ ਹੈ, ਕਿਉਂਕਿ ਉਹ ਸਰਬ ਵਿਆਪਕ ਹੈ। ਸੰਸਾਰ ਤੋਂ ਓਹਲੇ ਹੋ ਕਰਕੇ ਤੂੰ ਝੂਠ ਬੋਲ ਲਵੇਂਗਾ, ਛਲ ਕਰ ਲਵੇਂਗਾ, ਪਾਪ ਕਰਮ ਕਰ ਲਵੇਂਗਾ, ਪਰ ਮਹਾਰਾਜ ਕਹਿੰਦੇ ਸਦ ਸੁਣਦਾ ਸਦ ਵੇਖਦਾ। ਸਦਾ ਹੀ ਪ੍ਰਮਾਤਮਾ ਤੇਰੇ ਹੇ ਜੀਵ ਹਰ ਸਮੇਂ ਨੇੜੇ ਹੋ ਕਰਕੇ ਤੈਨੂੰ ਸੁਣਦਾ ਪਿਆ, ਹਰ ਸਮੇਂ ਤੈਨੂੰ ਦੇਖਦਾ ਪਿਆ। ਪ੍ਰਮਾਤਮਾ ਸਰਬ ਵਿਆਪਕ ਹੈ। ਸ਼ਬਦ ਰਹਿਆ ਭਰਪੂਰ। ਕਿਉਂਕਿ ਉਹ ਪ੍ਰਮਾਤਮਾ ਸ਼ਬਦ ਬ੍ਰਹਮ ਸਰੂਪ ਹੈ ਤੇ ਪਰਿਪੂਰਵਕ ਹੈ। ਸਰਬ ਸ਼ਬਦ ਰਹਿਆ ਭਰਪੂਰ, ਉਹ ਸਰਬ ਵਿਆਪਕ ਹੋ ਰਿਹਾ ਹੈ। ਮਹਾਰਾਜ ਕਹਿੰਦੇ ਸ਼ਬਦ ਦਾ ਅਭਿਆਸ ਕਰਿਆ ਕਰ, ਸ਼ਬਦ ਰਹਿਆ ਭਰਪੂਰ,
ਅਥਵਾ ਸ਼ਬਦ ਦਾ ਅਭਿਆਸੀ ਬਣ ਜਾਵੇਂਗਾ, ਫਿਰ ਤੈਨੂੰ ਵੀ ਪਰਮਾਤਮਾ ਸਰਬ ਵਿਆਪਕ ਹੀ ਨਜ਼ਰ ਆਵੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਗੁਰਮੁਖ ਆਪ ਪਛਾਣਿਆ। ਗੁਰਮੁਖਾਂ ਨੇ ਆਪਣਾ ਆਪ ਪਹਿਚਾਨ ਲਿਆ ਹੈ ਕਿ ਮਨਾ ਤੂੰ ਪਰਮਾਤਮਾ ਦੀ ਅੰਸ਼ ਹੈ। ਹੇ ਜੀਵ, ਤੂੰ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਣਾ ਹੈ। ਗੁਰਮੁਖਾਂ ਦੇ ਅਥਵਾ ਗੁਰਾਂ ਦੇ ਮੁਖ ਦੁਆਰਾ ਜੋ ਉਪਦੇਸ਼ ਪ੍ਰਾਪਤ ਕੀਤਾ ਹੈ, ਵਡਭਾਗੇ ਪੁਰਖਾਂ ਨੇ, ਤਿਨਾਂ ਨੇ ਪਹਿਚਾਣ ਕੀਤੀ ਹੈ ਕਿ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ ਸੰਸਾਰ ਦੇ ਵਿੱਚ ਆਇਆ ਹੋਇਆ, ਅਜੇ ਤੱਕ ਪਰਮਾਤਮਾ ਦੇ ਨਾਲ ਅਸੀਂ ਮਿਲ ਹੀ ਨਹੀਂ ਸਕੇ, ਅਜੇ ਤੱਕ ਪਰਮੇਸ਼ਰ ਦੀ ਪ੍ਰਾਪਤੀ ਹੀ ਨਹੀਂ ਹੋ ਸਕੀ। ਗੁਰਾਂ ਦੇ ਮੁਖ ਦੁਆਰਾ ਜੋ ਉਪਦੇਸ਼ ਸਰਵਣ ਕੀਤਾ ਹੈ, ਗੁਰਮੁਖ ਪਿਆਰਿਆਂ ਨੇ ਮਹਾਰਾਜ ਕਹਿੰਦੇ ਸਵੈ ਸਰੂਪ ਨੂੰ ਪਹਿਚਾਣਿਆ ਹੈ। ਤਿਨੇ ਇੱਕ ਮਨ ਧਿਆਇਆ। ਤਿੰਨਾਂ ਵਡਭਾਗੇ ਪੁਰਖਾਂ ਨੇ ਫਿਰ ਇੱਕ ਮਨ ਚਿਤ ਹੋ ਕਰਕੇ ਧਿਆਇਆ, ਇੱਕ ਚਿਤ ਹੋ ਕਰਕੇ ਮਨ ਬਾਣੀ ਸਰੀਰ ਕਰਕੇ ਪਰਮਾਤਮਾ ਨੂੰ ਯਾਦ ਕੀਤਾ, ਕਿਉਂਕਿ ਤਿੰਨਾਂ ਨੇ ਆਪਣੇ ਸਰੂਪ ਦੀ ਪਹਿਚਾਣ ਕਰ ਲਈ ਹੈ। ਤਿੰਨਾਂ ਨੇ ਆਤਮਾ ਦੀ ਖੁਰਾਕ ਪਹਿਚਾਣ ਕਰ ਲਈ ਕਿ ਸਾਡੇ ਅੰਦਰ ਦੀ ਆਤਮਿਕ ਦੀ ਜਿਹੜੀ ਖੁਰਾਕ ਪਰਮੇਸ਼ਰ ਦਾ ਸਿਮਰਨ ਹੈ। ਇੱਕ ਚਿਤ ਹੋ ਕਰਕੇ ਪਰਮਾਤਮਾ ਦਾ ਸਿਮਰਨ ਕਰਦੇ ਹਨ। ਸਦਾ ਰਵਹਿ ਪਿਰ ਆਪਣਾ। ਐਸੀਆਂ ਗੁਰਮੁਖਾਂ ਜੀਵ ਰੂਪ ਸਖੀਆਂ ਨੇ ਸਦਾ ਹੀ ਪਰਮਾਤਮਾ ਦੀ ਸੇਜਾ ਦਾ ਆਨੰਦ ਮਾਣਿਆ ਹੈ। ਸੱਚੇ ਨਾਮ ਸੁਖ ਪਾਇਆ। ਸੱਚੇ ਵਾਹਿਗੁਰੂ ਜੀ ਦੇ ਨਾਮ ਕਰਕੇ ਤਿਨਾਂ ਨੇ ਆਤਮਿਕ ਸੁਖ ਪਾਇਆ ਹੈ, ਲੋਕ ਪਰਲੋਕ ਦਾ ਸਦੀਵੀ ਸੁਖ ਪਾ ਲਿਆ ਹੈ। ਏ ਮਨ ਤੇਰਾ ਕੋ ਨਹੀਂ। ਹੇ ਮਨਾ, ਤੂੰ ਐਵੇਂ ਡੀਂਗਾ ਮਾਰਦਾ ਰਹਿਣਾ ਕਿ ਮੇਰੇ ਧੀਆਂ ਪੁੱਤਰ ਹੈ, ਮੇਰੇ ਸਖੇ ਸੰਬੰਧੀ ਨੇ, ਮੇਰੇ ਰਿਸ਼ਤੇਦਾਰ ਹੈ, ਬੜੇ ਬੜੇ ਬਾਹਾਂ ਵਾਲੇ ਬਾਹੂਬਲੀ ਮੇਰੇ ਸੰਬੰਧੀ ਹੈ, ਮਿੱਤਰ ਹੈ, ਬੜੇ ਧਨ ਪਦਾਰਥਾਂ ਵਾਲੇ ਨੇ, ਪਰ ਹੇ ਮਨਾ, ਇਹ ਮਨ ਤੇਰਾ ਕੋਈ ਨਹੀਂ। ਇਹ ਨਿਸ਼ਚੈ ਕਰਕੇ ਜਾਣ ਕੇ ਸੰਸਾਰ ਦੇ ਵਿੱਚੋਂ ਤੇਰਾ ਕੋਈ ਵੀ ਆਪਣਾ ਨਹੀਂ ਹੈ। ਭਾਵੇਂ ਤੇਰੇ ਸਕੇ ਸੰਬੰਧੀ ਵੀ ਹੈ, ਧੀਆਂ ਪੁੱਤਰ ਮਾਤਾ ਪਿਤਾ ਰਿਸ਼ਤੇਦਾਰ ਹਨ, ਧਨ ਪਦਾਰਥ ਵੀ, ਇੱਥੋਂ ਤੱਕ ਕਿ ਤੇਰਾ ਆਪਣਾ ਸਰੀਰ ਵੀ ਆਪਣਾ ਨਹੀਂ ਹੈ, ਜਿਹਨੂੰ ਤੂੰ ਆਪਣਾ ਮੰਨੀ ਬੈਠਾ ਹੈ। ਗਰੀਬ ਨਵਾਜ ਹਜੂਰ ਕਹਿੰਦੇ ਇਹ ਮਨ ਤੇਰਾ ਕੋ ਨਹੀਂ। ਹੇ ਮਨਾ, ਤੂੰ ਨਿਸ਼ਚੈ ਕਰਕੇ ਜਾਣ ਤੇਰਾ ਆਪਣਾ ਕੁਝ ਵੀ ਸੰਸਾਰ ਦੇ ਅੰਦਰ ਨਹੀਂ ਹੈ। ਕਰ ਵੇਖ ਸ਼ਬਦ ਵਿਚਾਰ। ਤੇ ਜੇ ਸਾਡੇ ਬਚਨਾਂ ਤੇ ਭਰੋਸਾ ਨਹੀਂ ਤੇ ਮਹਾਰਾਜ ਕਹਿੰਦੇ ਸ਼ਬਦ ਦੇ ਵਿਚਾਰ ਕਰਕੇ ਦੇਖ ਲੈ, ਤੈਨੂੰ ਸਮਝ ਪੈ ਜਾਵੇਗੀ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ, ਸਤਿਗੁਰਾਂ ਦੇ ਸ਼ਬਦ ਦੁਆਰਾ, ਕਿ ਸਾਚੀ ਮਹਾਰਾਜ ਮੇਰਾ ਕੋਈ ਨਹੀਂ ਹੈ ਸੰਸਾਰ ਦੇ ਅੰਦਰ। ਮੇਰੀ ਐਵੇਂ ਮੱਤ ਤੇ ਭਰਮ ਦਾ ਪੜਦਾ ਪਿਆ ਹੋਇਆ ਕਿ ਸਾਰੇ ਮੇਰੇ ਹੈ, ਆਪਣੇ ਹੈ, ਜਿਨ੍ਹਾਂ ਨੂੰ ਆਪਣੇ ਮੰਨੀ ਬੈਠਾ, ਪਰ ਮਹਾਰਾਜ ਅੰਤ ਸਮੇਂ ਤੱਕ ਕੋਈ ਵੀ ਮੇਰੇ ਨਾਲ ਨਿਭਣ ਵਾਲਾ ਨਹੀਂ ਹੈ। ਜਿਨ੍ਹਾਂ ਕਰਕੇ ਸਤਿਗੁਰੂ ਜੀ ਮੈਂ ਆਪ ਜੀ ਨੂੰ ਵਿਸਾਰ ਛੱਡਿਆ, ਮਹਾਰਾਜ ਜਿਨ੍ਹਾਂ ਕਰਕੇ ਆਪ ਜੀ ਨੂੰ ਭੁਲਾ ਦਿੱਤਾ। ਹੇ ਗਰੀਬ ਨਵਾਜ, ਅੰਤ ਵੇਲੇ ਕੋਈ ਵੀ ਇਹਨਾਂ ਵਿੱਚੋਂ ਬੋੜਨ ਵਾਲਾ ਨਹੀਂ ਹੈ। ਜਿਨ ਕਾਰਨ ਗੁਰੂ ਵਿਸਾਰਿਆ, ਸੇ ਨਾ ਉਪਕਰੇ ਅੰਤੀ ਵਾਰ। ਇਹ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਭਾਰ। ਬਿਰਕ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਮਹਾਰਾਜ ਕਹਿੰਦੇ ਕਿ ਜਿਵੇਂ ਰੁੱਖ ਤੇ ਪੰਛੀ ਆ ਕੇ ਬਹਿੰਦੇ ਆ ਨਾ, ਇਸ ਤਰ੍ਹਾਂ ਜੀਵ ਸੰਸਾਰ ਨੂੰ ਜਾਣ। ਸੰਸਾਰ ਰੂਪੀ ਰੁੱਖ ਤੇ ਆ ਕਰਕੇ ਪੰਛੀ ਬੈਠੇ ਹੈ, ਕੇਵਲ ਰਾਤ ਹੀ ਬਤੀਤ ਕਰਨ ਵਾਸਤੇ ਆਏ ਹੈ, ਅਵਸਥਾ ਰੂਪੀ ਰਾਤ। ਜਦੋਂ ਕਾਲ ਰੂਪੀ ਦਿਨ ਚੜ੍ਹਿਆ ਨਾ, ਸਭ ਨੇ ਸੰਸਾਰ ਤੋਂ ਚਲੇ ਜਾਣਾ, ਕੂਚ ਕਰ ਜਾਣਾ ਹੈ। ਇਉਂ ਮਹਾਰਾਜ ਕਹਿੰਦੇ ਸੰਸਾਰ ਦੀ ਅਜਿਹੀ ਹਾਲਤ ਹੈ। ਹੇ ਜੀਵ, ਇਹ ਮਨ ਤੇਰਾ ਕੋ ਨਹੀਂ। ਕਰ ਵੇਖ ਸ਼ਬਦ ਵਿਚਾਰ। ਤੂੰ ਗੁਰੂ ਸ਼ਬਦ ਦੀ ਵਿਚਾਰ ਕਰਕੇ ਦੇਖ, ਫਿਰ ਨਿਸ਼ਚਾ ਹੋਵੇਗਾ ਕਿ ਮਹਾਰਾਜ ਮੇਰਾ ਆਪਣਾ ਕੁਝ ਵੀ ਨਹੀਂ ਸੰਸਾਰ ਦੇ ਅੰਦਰ। ਹੇ ਪਰਮੇਸ਼ਰ, ਆਪ ਜੀ ਤੇ ਨਾਮ ਤੋਂ ਬਿਨਾ ਕੋਈ ਮੇਰਾ ਰੱਖਿਆ ਕਰਨ ਵਾਲਾ ਨਹੀਂ ਹੈ। ਹਰ ਸਰਣਾਈ ਭਜ ਪਾਓ। ਜੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਭੱਜ ਕਰਕੇ ਕਾਹਲੀ ਦੇ ਨਾਲ ਪੈ ਜਾਣਾ ਕਰੇ, ਸੰਸਾਰ ਦੇ ਸਭ ਆਸਰੇ ਦੁਆਰੇ ਛੱਡ ਕਰਕੇ ਪਾਏ ਹੈ ਮੋਖ ਦੁਆਰ। ਫਿਰ ਤੈਨੂੰ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਜਾਵੇਗਾ। ਮੁਕਤੀ ਦਾ ਦਰਵਾਜ਼ਾ ਕੀ ਹੈ? ਗਿਆਨ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋਵੇਗਾ। ਜੇ ਭੱਜ ਕੇ ਕਾਹਲੀ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਵੇਂ, ਆ ਕਰਕੇ ਬੇਨਤੀ ਕਰੇ, ਮਹਾਰਾਜ ਕਿਰਪਾ ਕਰੋ। ਹੇ ਗਰੀਬ ਨਵਾਜ, ਅਸੀਂ ਬਾਰ-ਬਾਰ ਭੁੱਲਾਂ ਕਰਦੇ ਹਾਂ,
ਮਹਾਰਾਜ ਪਿਛਲੀਆਂ ਭੁੱਲਾਂ ਮੁਆਫ ਕਰਕੇ ਕਿਰਪਾ ਕਰਕੇ ਮੈਨੂੰ ਸੋਝੀ ਬਖਸ਼ਿਸ਼ ਕਰੋ। ਹੇ ਗਰੀਬ ਨਵਾਜ ਮੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਵੋ। ਸਤਿਗੁਰੂ ਜੀ ਕਹਿੰਦੇ ਫਿਰ ਤੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ, ਮੁਕਤੀ ਰੂਪ ਗਿਆਨ ਦਾ ਦਰਵਾਜ਼ਾ ਪਾ ਲਵੇਂਗਾ। ਸ਼ਬਦ ਸੁਣੀਐ ਸ਼ਬਦ ਬੁੱਝੀਐ। ਹੇ ਜੀਵ ਸ਼ਬਦ ਦੁਆਰਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਰਵਣ ਕਰਿਆ ਕਰ। ਸ਼ਬਦ ਦੁਆਰਾ ਹੀ ਪ੍ਰਮਾਤਮਾ ਦੇ ਸਰੂਪ ਨੂੰ ਬੁੱਝਣਾ ਕਰ। ਸੱਚ ਰਹਿ ਲਿਵ ਲਾਏ। ਸੱਚੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਲਿਵ ਲਗਾ ਕੇ ਰੱਖਿਆ ਕਰ। ਅਥਵਾ ਸ਼ਬਦ ਸੁਣੀਐ ਸ਼ਬਦ ਬੁੱਝੀਐ। ਗੁਰਮੁਖਾਂ ਨੇ ਸ਼ਬਦ ਦੁਆਰਾ ਹੀ ਹਰ ਇੱਕ ਸੰਸਾਰ ਭਰ ਦੇ ਜੀਵਾਂ ਦੀ ਆਵਾਜ਼ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਧੁਨੀ ਨੂੰ ਸਰਵਣ ਕੀਤਾ। ਸ਼ਬਦ ਬੁੱਝੀਐ ਤੇ ਸਾਧ ਸੰਗਤ ਜੀ ਸ਼ਬਦ ਦੁਆਰਾ ਉਪਦੇਸ਼ ਦੁਆਰਾ ਹੀ ਗੁਰਮੁਖਾਂ ਨੇ ਵਾਹਿਗੁਰੂ ਜੀ ਦੇ ਸਰੂਪ ਨੂੰ ਬੁੱਝਿਆ, ਸਾਖਸ਼ਾਤ ਕੀਤਾ। ਤੇ ਮਹਾਰਾਜ ਕਹਿੰਦੇ ਸੱਚੇ ਨਾਮ ਦੇ ਵਿੱਚ ਹੀ ਗੁਰਮੁਖਾਂ ਨੇ ਉਪਦੇਸ਼ ਦੁਆਰਾ ਚਿੱਤ ਬਿਰਤੀ ਨੂੰ ਲਗਾ ਕੇ ਰੱਖਿਆ। ਹਰ ਸਮੇਂ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲਾਈ ਰੱਖਦੇ ਹਨ। ਸ਼ਬਦ ਹਉਮੈ ਮਾਰੀਐ। ਹੇ ਜੀਵ ਸ਼ਬਦ ਦੁਆਰਾ ਹੀ ਆਪਣੇ ਅੰਦਰ ਦੀ ਹੰਗਤਾ ਦੇ ਪਦਾਰਥਾਂ ਦੀ ਮਮਤਾ ਮਾਰ ਲੈਣਾ ਕਰ। ਸੱਚੈ ਮਹਿਲ ਸੁਖ ਪਾਏ। ਫਿਰ ਪ੍ਰਮਾਤਮਾ ਦੀ ਸੱਚੇ ਸਰੂਪ ਰੂਪੀ ਮਹਿਲ ਨੂੰ ਸੁਖ ਸਰੂਪ ਨੂੰ ਪਾ ਲਵੇਂਗਾ। ਇਸ ਯੁਗ ਮਹਿ ਸੋਭਾ ਨਾਮ ਕੀ। ਕਿਉਂਕਿ ਇਸ ਯੁਗ ਦੇ ਅੰਦਰ ਮਹਾਰਾਜ ਕਹਿੰਦੇ ਕੇਵਲ ਸੱਚੇ ਪਰਮੇਸ਼ਰ ਦੇ ਨਾਮ ਦੀ ਸੋਭਾ ਹੈ। ਸਤਿਯੁਗ ਵਿੱਚ ਜਗ ਆਦਿ ਕਰਦੇ ਸਨ, ਫਿਰ ਸਾਧ ਸੰਗਤ ਜੀ ਤ੍ਰੇਤੇ ਵਿੱਚ ਤਪ ਸਾਧਨਾ, ਦੁਆਪਰ ਦੇ ਵਿੱਚ ਪੂਜਾ ਆਦਿ ਕਰਦੇ ਸਨ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਵਾਹਿਗੁਰੂ ਜੀ ਦੇ ਨਾਮ ਕਰਕੇ ਸੱਚੀ ਸੋਭਾ ਮਿਲਦੀ ਹੈ। ਇਸ ਯੁਗ ਮੈਂ ਹੈ ਸੋਭਾ ਨਾਮ ਕੀ। ਸਦੀਵੀ ਕਾਲ ਵਿੱਚ ਰਹਿਣ ਵਾਲੀ, ਸਦਾ ਰਹਿਣ ਵਾਲੀ ਤੇ ਸੱਚੀ ਸੋਭਾ ਪਰਮੇਸ਼ਰ ਦੇ ਨਾਮ ਵਿੱਚ ਹੈ। ਬਿਨ ਨਾਵੈ ਸੋਭ ਨਾ ਹੋਏ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਸੱਚੀ ਸੋਭਾ ਨਹੀਂ ਹੋਈ। ਕਿਸੇ ਦੀ ਵੀ ਸੰਸਾਰ ਦੇ ਅੰਦਰ ਸੱਚੀ ਸੋਭਾ ਨਹੀਂ ਹੋਵਣਾ ਕੀਤੀ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਸੋਭਾ ਹੁੰਦੀ ਰਹੇਗੀ। ਜਿਨ੍ਹਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਪਰ ਬੰਦਗੀ ਤੋਂ ਬਿਨਾਂ ਵੱਡੇ ਵੱਡੇ ਚੱਕਰਵਰਤੀ ਰਾਜੇ ਮਹਾਰਾਜੇ ਬਾਦਸ਼ਾਹ ਵੀ ਮਰ ਮੁੱਕ ਗਏ ਹੈ, ਪਰ ਉਹਨਾਂ ਨੂੰ ਕੌਣ ਯਾਦ ਕਰਦਾ? ਕੋਈ ਉਹਨਾਂ ਦਾ ਨਾਮ ਤੱਕ ਵੀ ਨਹੀਂ ਜਾਣਦਾ। ਪਰ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਬੰਦਗੀ ਕਰਨ ਵਾਲੀ ਸੰਤ ਮਹਾਂਪੁਰਖ, ਉਹਨਾਂ ਦਾ ਹਰ ਕੋਈ ਨਾਮ ਜਾਣਦਾ ਹੈ, ਕਿਉਂਕਿ ਤਿੰਨਾਂ ਨੇ ਪਰਮੇਸ਼ਰ ਦੇ ਨਾਮ ਜਪ ਕਰਕੇ ਸੋਭਾ ਪਾਈ ਹੈ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ। ਸਤਿਗੁਰੂ ਜੀ ਕਹਿੰਦੇ ਹੈ ਜੀਵ, ਇਹ ਜਿਹੜੀ ਮਾਇਆ ਦੀ ਸੋਭਾ ਹੈ ਨਾ, ਇਹ ਕੇਵਲ 4 ਕੁ ਦਿਨਾਂ ਦੀ ਹੈ। ਸਾਧ ਸੰਗਤ ਜੀ, ਹਫ਼ਤੇ ਦੇ ਵਿੱਚ 7 ਦਿਨ ਹੁੰਦੇ ਹੈ। ਇੱਕ ਜੰਮਣ ਦਾ ਤੇ ਇੱਕ ਮਰਨ ਦਾ ਤੇ ਇੱਕ ਅੱਜ ਦਾ। 3 ਦਿਨ ਲੰਘ ਗਏ ਤੇ 4 ਦਿਨ ਹੀ ਬਾਕੀ ਬਚ ਗਏ। ਤੇ ਮਹਾਰਾਜ ਕਹਿੰਦੇ ਇਹ ਜਿਹੜੇ 4 ਦਿਨ ਬਚੇ ਆ ਨਾ, ਇਹਨਾਂ 4 ਕੁ ਦਿਨਾਂ ਦੀ ਸੋਭਾ ਜਿਹੜੀ ਮਾਇਆ ਦੀ ਸੋਭਾ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਇਹ ਮਾਇਆ ਕੀ ਸੋਭਾ 4 ਦਿਹਾੜੇ। 4 ਕੁ ਦਿਨਾਂ ਦੀ ਇਹ ਸੋਭਾ ਝੂਠੀ ਮਾਇਆ ਦੀ ਵਡਿਆਈ ਜਾਣਨਾ ਕਰ। ਜਾਦੀ ਬਿਲਮ ਨਾ ਹੋਏ। ਤੇ ਇਹਨੂੰ ਜਾਂਦਿਆਂ ਹੋਇਆਂ ਬਿਲਮ ਦੇਰੀ ਨਹੀਂ ਹੋਣ ਵਾਲੀ, ਬਹੁਤਾ ਸਮਾਂ ਨਹੀਂ ਲੱਗਣ ਵਾਲਾ, ਥੋੜੇ ਸਮੇਂ ਵਿੱਚ ਹੀ ਚਲੀ ਜਾਵੇਗੀ। 4 ਕੁ ਦਿਨ ਬੜੇ ਲੋਕ ਯਾਦ ਕਰਦੇ ਆ ਕਿ ਬੜਾ ਚੰਗਾ ਸੀ, ਬੜਾ ਧਨ ਪਦਾਰਥਾਂ ਵਾਲਾ ਸੀ। ਬਾਅਦ ਵਿੱਚ ਕੌਣ ਯਾਦ ਕਰਦਾ? ਕੋਈ ਨਾਮ ਤੱਕ ਵੀ ਨਹੀਂ ਲੈਂਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜੀ ਵਾਹਿਗੁਰੂ ਦੇ ਨਾਮ ਜੈਸੀ ਸੋਭਾ ਨਹੀਂ ਕਿਤੇ ਵੀ ਪ੍ਰਾਪਤ ਹੋਣ ਵਾਲੀ। ਇਹ ਜਿਹੜੀ ਸੰਸਾਰ ਦੀ ਜ਼ਿੰਦਗੀ ਦੇ ਅੰਦਰ ਮਾਇਆ ਦੀ, ਇਹ ਸੰਸਾਰ ਦੀ ਪ੍ਰਭਤਾ ਦੀ, ਸੰਸਾਰ ਦੇ ਤਖਤਾਂ ਦੀ ਜਿਹੜੀ ਸੋਭਾ ਕੇਵਲ 4 ਕੁ ਦਿਨਾਂ ਦੀ ਜਾਣਨਾ ਕਰ। ਜਿਨੇ ਨਾਮ ਵਿਸਾਰਿਆ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ, ਭਾਗਾਂ ਤੋਂ ਹੀਣੇ ਜੋ ਪਰਮੇਸ਼ਰ ਦਾ ਨਾਮ ਜਪਣਾ ਛੱਡ ਦਿੰਦੇ ਹਨ। ਸੇ ਮੂਏ ਮਰ ਜਾਹੇ। ਹਜੂਰ ਕਹਿੰਦੇ ਉਹ ਬਾਰ-ਬਾਰ ਮੋਏ ਮਰਦੇ ਐ ਤੇ ਮਰ ਮਰ ਕੇ ਸੰਸਾਰ ਤੋਂ ਜਾਂਦੇ ਐ। ਉਹਨਾਂ ਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੁੰਦੇ। ਉਹ ਬਾਰ-ਬਾਰ ਜਨਮਦੇ ਮਰਦੇ ਐ, ਬਾਰ-ਬਾਰ ਮੌਤ ਦੇ ਮਾਰੇ ਹੋਏ ਮਰਦੇ ਸੰਸਾਰ ਤੋਂ ਜਾਂਦੇ ਹਨ।
ਹਰ ਰਸ ਸਾਧ ਨ ਆਇਓ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ, ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਆਇਆ। ਬਿਸਟਾ ਮਾਹੇ ਸਮਾਹੇ। ਜਾਣੋ ਉਹਨਾਂ ਨੂੰ ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਦੇ ਵੀ ਸਮਾਉਣਾ ਹੁੰਦਾ ਹੈ। ਉਹਨਾਂ ਦਾ ਜਿਹੜਾ ਸਾਧ ਸੰਗਤ ਜੀ ਵਸੇਬਾ ਨਾ ਗੰਦਗੀ ਦੇ ਵਿੱਚ ਹੁੰਦਾ ਹੈ। ਮਾਤਾ ਦੇ ਗਰਭ ਦੇ ਵਿੱਚ ਵੀ ਪੁੱਠੇ ਲਟਕੇ ਹੋਏ ਗੰਦਗੀ ਮੁਖ ਦੇ ਕੋਲੋਂ ਲੰਘਦੀ ਹੈ, ਪੁੱਠਾ ਲਟਕਦਿਆ ਹੋਇਆ। ਔਰ ਇਸ ਪ੍ਰਕਾਰ ਸੰਸਾਰ ਦੇ ਵਿੱਚ ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਵਿੱਚ ਹਰ ਸਮੇਂ ਰਹਿੰਦੇ ਆ। ਅੰਤ ਸਮੇਂ ਵੀ ਨਰਕਾਂ ਰੂਪ ਗੰਦਗੀ ਦੇ ਵਿੱਚ ਹੀ ਤਿੰਨਾਂ ਦਾ ਨਿਵਾਸ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹੇ ਜੀਵਾ ਬਿਸਟਾ ਮਾਹੇ ਸਮਾਹੇ। ਜੇ ਵਾਹਿਗੁਰੂ ਦੇ ਨਾਮ ਰਸ ਨੂੰ, ਨਾਮ ਦਾ ਸਵਾਦ ਨਹੀਂ ਨਾ ਮਾਨਣਾ ਕੀਤਾ, ਫਿਰ ਇਹ ਜਾਣ ਗੰਦਗੀ ਦੇ ਵਿੱਚ ਹੀ ਤੇਰਾ ਸਮਾਉਣਾ ਹੋਵੇਗਾ। ਗੰਦਗੀ ਦਾ ਕੀੜਾ ਹੀ ਤੈਨੂੰ ਬਣਨਾ ਪਵੇਗਾ। ਇੱਕ ਆਪੇ ਬਖਸ਼ ਮਿਲਾਏ ਅਨ। ਇੱਕ ਐਸੇ ਸੰਸਾਰ ਦੇ ਜੀਵ ਹਨ ਜਿਨ੍ਹਾਂ ਦੇ ਪ੍ਰਮਾਤਮਾ ਨੇ ਗੁਨਾਹ ਬਖਸ਼ ਕੇ ਆਪਣੇ ਸਰੂਪ ਦੇ ਵਿੱਚ ਮਿਲਾ ਲਏ ਹਨ। ਆਨੰਦ ਨਾਮੇ ਲਾਏ। ਉਹਨਾਂ ਨੂੰ ਰਾਤ ਵੀ ਦਿਨੇ ਵੀ ਪ੍ਰਮਾਤਮਾ ਨੇ ਆਪਣੇ ਨਾਮ ਦੇ ਵਿੱਚ ਲਗਾ ਲਿਆ ਹੈ। ਸੱਚ ਕਮਾਵਹਿ ਸੱਚ ਰਹੈ। ਐਸੇ ਗੁਰਮੁਖ ਪਿਆਰੇ ਸੱਚੇ ਨਾਮ ਦੀ ਕਮਾਈ ਕਰਦੇ ਹੈ ਔਰ ਸਚਿਆਰ ਸਤਿਪੁਰਖਾਂ ਦੀ ਸੰਗਤ ਦੇ ਵਿੱਚ ਰਹਿੰਦੇ ਹਨ। ਸੱਚ ਕਮਾਵਹਿ ਸੱਚ ਰਹੈ। ਮਹਾਰਾਜ ਕਹਿੰਦੇ ਮਨ ਬਾਣੀ ਸਰੀਰ ਕਰਕੇ ਸਚਿਆਰ ਹੋ ਕਰਕੇ ਰਹਿੰਦੇ ਹੈ। ਕਦੇ ਵੀ ਮਨ ਕਰਕੇ ਵੀ ਝੂਠਤਾ ਔਰ ਛਲ ਕਪਟਤਾ ਨਹੀਂ ਧਾਰਨ ਕਰਦੇ। ਸੱਚੇ ਸੱਚ ਸਮਾਹੇ। ਫਿਰ ਸੱਚੇ ਨਾਮ ਨੂੰ ਜਪਦਿਆਂ ਹੋਇਆਂ ਸੱਚੇ ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਨ। ਬਿਨ ਸ਼ਬਦ ਸੁਣੀਐ ਨਾ ਦੇਖੀਐ। ਹੇ ਜੀਵ, ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨਾਂ ਨਾ ਤਾਂ ਕਦੇ ਕਿਸੇ ਨੇ ਪ੍ਰਮਾਤਮਾ ਦੇ ਸਰੂਪ ਨੂੰ ਦੇਖਿਆ, ਨਾ ਕਦੇ ਸੁਣਿਆ ਹੈ। ਭਾਵੇਂ ਸਾਹਮਣੇ ਵੀ ਰੱਬ ਆ ਕੇ ਬੈਠ ਜਾਵੇ, ਮਹਾਰਾਜ ਕਹਿੰਦੇ ਮਨਮੁਖ ਬੰਦਾ ਫੇਰ ਵੀ ਪ੍ਰਮਾਤਮਾ ਨੂੰ ਦੇਖ ਨਹੀਂ ਸਕਦਾ। ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕੀਤਾ ਹੈ, ਉਹ ਗੁਰਮੁਖ ਪਿਆਰੇ ਹਰ ਇੱਕ ਆਵਾਜ਼ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਧੁਨੀ ਨੂੰ ਸੁਣਦੇ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਇਹਨਾਂ ਨੇਤਰਾਂ ਦੇ ਨਾਲ ਸਭ ਥਾਵਾਂ ਤੇ ਦੇਖਦੇ ਆ। ਜੋ ਸ਼ਬਦ ਦਾ ਅਭਿਆਸ ਕਰਦੇ ਹਨ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਹੈ। ਵਾਹਿਗੁਰੂ ਨੂੰ ਸਰਬ ਵਿਆਪਕ ਸਭ ਥਾਵਾਂ ਤੇ ਦੇਖਦੇ ਆ। ਪਰ ਮਹਾਰਾਜ ਕਹਿੰਦੇ ਸ਼ਬਦ ਤੋਂ ਬਿਨਾਂ ਨਾ ਤਾਂ ਸੁਣਿਆ ਜਾ ਸਕਦਾ ਤੇ ਨਾ ਪ੍ਰਤੱਖ ਰੂਪ ਦੇ ਵਿੱਚ ਵਾਹਿਗੁਰੂ ਨੂੰ ਸਾਖਸ਼ਾਤ ਕਰਕੇ ਦੇਖਿਆ ਜਾ ਸਕਦਾ ਹੈ। ਜਗ ਬੋਲਾ ਅੰਨਾ ਪਰਮਾਏ। ਹਜੂਰ ਕਹਿੰਦੇ ਗੁਰਸਿੱਖੋ, ਇਹ ਜਗਤ ਸੰਸਾਰ ਭਰ ਦੇ ਤਮਾਮ ਜੀਵ ਅੰਨੇ ਤੇ ਬੋਲਿਆਂ ਦੀ ਤਰ੍ਹਾਂ ਸੰਸਾਰ ਦੇ ਵਿੱਚ ਭਟਕ ਰਹੇ ਹਨ। ਅੰਨਾ ਮਨੁੱਖ ਦੇਖ ਨਹੀਂ ਸਕਦਾ ਤੇ ਬੋਲਾ ਸੁਣ ਨਹੀਂ ਸਕਦਾ। ਸਾਧ ਸੰਗਤ ਜੀ, ਜਿਸ ਕੋਲ ਵਿਚਾਰ ਗਿਆਨ ਰੂਪੀ ਨੇਤਰ ਨਹੀਂ ਹਨ, ਉਹ ਪਰਮਾਤਮਾ ਨੂੰ ਦੇਖ ਨਹੀਂ ਸਕਦਾ। ਤੇ ਜਿਸ ਬੰਦੇ ਦੇ ਕੋਲ ਸ਼ਰਧਾ ਵਿਸ਼ਵਾਸ ਰੂਪੀ ਕੰਨ ਨਹੀਂ ਹੈ, ਉਹ ਪਰਮਾਤਮਾ ਦਾ ਜਸ ਨਹੀਂ ਸਰਵਣ ਕਰ ਸਕਦਾ। ਸ਼ਰਧਾ ਹੋਵੇ, ਗੁਰੂ ਬਚਨਾਂ ਤੇ ਭਰੋਸਾ ਹੋਵੇ, ਤਾਂ ਹੀ ਸਤਿਗੁਰੂ ਜੀ ਦੇ ਸੱਚੇ ਬਚਨ ਸੁਣੇ ਜਾਂਦੇ ਆ। ਨਹੀਂ ਤਾਂ ਸਾਧ ਸੰਗਤ ਜੀ, ਸੱਚ ਸੁਣਨ ਤੋਂ ਅਸੀਂ ਭੱਜ ਉੱਠਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਸੱਚਾ ਉਪਦੇਸ਼ ਦਿੰਦੇ ਆ ਤੇ ਸੱਚ ਸੁਣਿਆ ਨਹੀਂ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਤੋਂ ਬਿਨਾਂ ਕਦੇ ਸੱਚਾ ਅੰਮ੍ਰਿਤ ਵਰਗਾ ਉਪਦੇਸ਼ ਨਹੀਂ ਮਹਾਰਾਜ ਜੀ ਦਾ ਸੁਣਿਆ ਜਾ ਸਕਦਾ। ਤੇ ਫਿਰ ਵਿਚਾਰ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਪਰਮਾਤਮਾ ਦੇ ਸਰੂਪ ਨੂੰ ਵੀ ਨਹੀਂ ਦੇਖਿਆ ਜਾ ਸਕਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਜਗ ਬੋਲਾ ਅੰਨਾ ਪਰਮਾਏ। ਜਗਤ ਅੰਨੇ ਤੇ ਬੋਲਿਆਂ ਦੀ ਤਰ੍ਹਾਂ ਭਰਮਦਾ ਫਿਰ ਰਿਹਾ, ਸੰਸਾਰ ਦੇ ਅੰਦਰ ਭਟਕਣਾ ਵਿੱਚ ਪਿਆ ਹੈ। ਬਿਨ ਨਾਵੈ ਦੁਖ ਪਾਏ ਸੀ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਰ-ਬਾਰ ਮਨਮੁਖ ਜੀਵਾਂ ਨੇ ਦੁੱਖ ਪਾਇਆ। ਪਹਿਲਾਂ ਵੀ ਪਾਇਆ ਸੀ, ਹੁਣ ਵੀ ਪਾ ਰਹੇ ਆ, ਆਉਣ ਵਾਲੇ ਸਮੇਂ ਵਿੱਚ ਵੀ ਪਾਉਂਦੇ ਰਹਿਣਗੇ। ਨਾਮ ਮਿਲੈ ਤਿਸੈ ਰਜਾਏ। ਜੋ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿੰਦਾ, ਉਸ ਨੂੰ ਹਿਰਦੇ ਕਰਕੇ ਪਰਮੇਸ਼ਰ ਦਾ ਨਾਮ ਮਿਲਦਾ ਹੈ। ਅਥਵਾ ਨਾਮ ਮਿਲੈ ਤਿਸੈ ਰਜਾਏ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਰਜ਼ਾ ਵਿੱਚ ਚੱਲਣਾ ਕੀਤਾ ਹੈ,
ਜੋ ਗੁਰੂ ਕੇ ਬਾਣੀ ਨੂੰ, ਗੁਰੂ ਬਚਨਾਂ ਨੂੰ ਸਤ ਕਰਕੇ ਮੰਨਦੇ ਨੇ, ਤਿਨਾਂ ਨੇ ਮਹਾਰਾਜ ਸਾਹਿਬ ਜੀ ਤੋਂ ਨਾਮ ਅੰਮ੍ਰਿਤ ਪਾਇਆ ਹੈ। ਜਿਨ ਬਾਣੀ ਸਿਉ ਚਿਤ ਲਾਇਆ, ਜਿਨ੍ਹਾਂ ਵਡਭਾਗੇ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਬਾਣੀ ਦੇ ਨਾਲ ਚਿਤ ਲਾਇਆ ਹੈ, ਸੇ ਜਨ ਨਿਰਮਲ ਪਰਵਾਨ। ਉਹ ਵਾਹਿਗੁਰੂ ਦੇ ਪਿਆਰੇ ਜਨ ਹਿਰਦੇ ਕਰਕੇ ਉਜਲ ਹਨ, ਨਿਰਮਲ ਹਨ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹਨ। ਪਰਮੇਸ਼ਰ ਦੇ ਘਰ ਵੀ ਤਿਨਾਂ ਦੀ ਪ੍ਰਵਾਨਗੀ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਉਜਲ ਬਣਾ ਲਿਆ। ਸਤਿਗੁਰੂ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪਾ ਕੇ ਪਰਮੇਸ਼ਰ ਦਾ ਨਾਮ ਜਪ ਜਪ ਕਰਕੇ ਹਿਰਦੇ ਨੂੰ ਨਿਰਮਲ ਕਰ ਲਿਆ ਹੈ। ਨਾਨਕ ਨਾਮ ਤਿਨਾ ਕਦੇ ਨਾ ਵਿਸਰੈ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ, ਤਿਨਾਂ ਗੁਰਮੁਖ ਪਿਆਰਿਆਂ ਨੂੰ ਕਦੇ ਵੀ ਵਾਹਿਗੁਰੂ ਦਾ ਨਾਮ ਵਿਸਰਿਆ ਨਹੀਂ ਹੈ। ਤਿਨਾਂ ਨੂੰ ਕਦੇ ਵੀ ਪ੍ਰਮਾਤਮਾ ਨੇ ਆਪਣੀ ਯਾਦ ਵਿਸਰਨ ਨਹੀਂ ਦਿੱਤੀ। ਸੇ ਦਰ ਸੱਚੇ ਜਾਣ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਨਹੀਂ ਵਿਸਰਿਆ, ਜਾਣੋ ਕਿ ਉਹ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਹਨ। ਉਹ ਸੱਚੇ ਹਨ, ਸਚਿਆਰ ਜੀਵਨ ਵਾਲੇ ਹਨ। ਤੇ ਜਿਹੜੇ ਸਚਿਆਰ ਹੁੰਦੇ ਆ, ਮਹਾਰਾਜ ਕਹਿੰਦੇ ਸੱਚੇ ਸਤਿਗੁਰੂ ਜੀ ਦੇ ਪਾਸ ਹੀ ਤਿਨਾਂ ਨੂੰ ਬੈਠਣਾ ਮਿਲਦਾ ਹੈ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਤੇ ਜਿਹੜੇ ਝੂਠੇ ਹੁੰਦੇ ਨੇ, ਜਿਨ੍ਹਾਂ ਨੂੰ ਕੂੜੇ ਆਖਿਆ, ਕੂੜਿਆਰ ਕੂੜਿਆਰੀ ਜਾਈ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਝੂਠੇ ਜਿਹੜੇ ਝੂਠਿਆਂ ਵਿੱਚ ਜਾ ਕਰਕੇ ਰਲਦੇ ਹਨ। ਤੇ ਜਿਹੜੇ ਸਚਿਆਰ ਜੀਵਨ ਵਾਲੇ ਹੁੰਦੇ ਨੇ, ਉਜਲ ਜੀਵਨ ਵਾਲੇ ਹੋ ਜਾਂਦੇ ਆ, ਉਹ ਸਚਿਆਰ ਸਤਿਗੁਰੂ ਜੀ ਦੀ ਗੋਦ ਵਿੱਚ ਆ ਕਰਕੇ ਬੈਠਦੇ ਆ। ਤੇ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਬਿਨ ਸ਼ਬਦ ਸੁਣੀਐ ਨਾ ਦੇਖੀਐ, ਜਗ ਬੋਲਾ ਅੰਨਾ ਪਰਮਾਏ। ਬਿਨ ਨਾਵੈ ਦੁਖ ਪਾਏ ਸੀ, ਨਾਮ ਮਿਲੈ ਤਿਸੈ ਰਜਾਏ। ਜਿਨ ਬਾਣੀ ਸਿਉ ਚਿਤ ਲਾਇਆ, ਸੇ ਜਨ ਨਿਰਮਲ ਪਰਵਾਨ। ਨਾਨਕ ਨਾਮ ਤਿਨਾ ਕਦੇ ਨਾ ਵਿਸਰੈ, ਸੇ ਦਰ ਸੱਚੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।